ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 315 ਅੰਕ ਤੋਂ ਗਿਆਨ ਸ਼ੁਰੂ ਕਰਨ ਲੱਗੇ ਹਾਂ ਜੀ। ਜਿਹੜੇ ਆਪਣੀ ਗੌੜੀ ਦੀ ਵਾਰ ਆ ਚੌਥੀ ਪਾਤਸ਼ਾਹੀ ਦੀ, ਉਹਦੇ ਵਿੱਚ 29ਵੀਂ ਪੌੜੀ ਆਪਾਂ ਲੈ ਰਹੇ ਹਾਂ। ਉਸ ਦੇ ਸ਼ਲੋਕ ਅੰਗ 315 315। ਨਰਕ ਘੋਰ। ਸ਼ਲੋਕ ਮਹੱਲਾ ਪੰਜਵਾਂ। ਨਰਕ ਘੋਰ ਬਹੁ ਦੁੱਖ ਕਣੇ, ਅਕਿਰਤ ਕਣਾ ਕੀ ਥਾਨ। ਅਕਿਰਤ ਕਣਾ ਕਾ ਥਾਨ। ਹੁਣ ਦੇਖੋ ਭਾਈ, ਅਕਿਰਤ ਕਣ ਦੀ ਗੱਲ ਕਰ ਰਹੇ ਆ। ਅਕਿਰਤ ਕਣ ਕੌਣ ਹੁੰਦਾ ਹੈ? ਉਹ ਹੁੰਦਾ ਨਿਸ਼ੁਕਰਾ, ਜਿਹਦੇ ਕਿਸੇ ਦੇ ਉਪਕਾਰ ਨੂੰ ਨਹੀਂ ਜਾਣਦਾ। ਉਹਦਾ ਲੈ ਲਿਆ, ਖਾ ਲਿਆ, ਪੀ ਲਿਆ, ਸਾਰਾ ਜਿਹੜਾ ਅਗਲਾ ਕੋਈ ਕਰ ਰਿਹਾ ਆ, ਬਸ ਉਹਦੇ ਉਪਕਾਰ ਨੂੰ ਚੇਤੇ ਹੀ ਨਹੀਂ ਰੱਖਦਾ। ਉਹ ਮਾਲਕ ਪਰਮਾਤਮਾ ਨੇ ਆਪਾਂ ਨੂੰ ਆਪਣੀ ਆਤਮਾ, ਸੁਰਤ, ਮਤ, ਮਨ, ਬੁੱਧ, ਇਹ ਸਰੀਰ, ਇਹ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹ ਸੰਸਾਰ, ਪਰਿਵਾਰ, ਆਪਣਾ ਸਰੀਰ ਔਰ ਜਿਹੜਾ ਸਾਰੇ ਸੰਸਾਰ ਦੇ ਪਦਾਰਥ, ਖਾਣ ਦੇ, ਪੀਣ ਦੇ, ਭੋਗਣ ਦੇ, ਹਰ ਚੀਜ਼ ਮਾਲਕ ਪਰਮਾਤਮਾ ਨੇ ਆਪਾਂ ਨੂੰ ਦਿੱਤੀ ਹੈ ਔਰ ਦੇ ਰਿਹਾ ਆ। ਹਵਾ, ਪਾਣੀ, ਅੱਗ, ਆ ਦੇਖੋ ਤੱਤ। ਹਵਾ ਦੇ ਬਗੈਰ ਆਪਾਂ 1 ਸੈਕਿੰਡ ਨਹੀਂ ਜੀ ਸਕਦੇ। ਤੇ ਉਸ ਮਾਲਕ ਪਰਮਾਤਮਾ ਨੂੰ ਜੇ ਆਪਾਂ ਉਹਦੇ ਕੀਤੇ ਹੋਏ ਜਿਹੜੇ ਹੈਗੇ, ਉਹਨੇ ਆਪਾਂ ਨੂੰ ਉਪਕਾਰ ਕੀਤੇ ਆ ਮਾਲਕ ਨੇ ਜਿਹੜੇ, ਜੇ ਆਪਾਂ ਉਹਨੂੰ ਭੁਲਾ ਦਈਏ, ਉਹਦੇ ਮਾਲਕ ਪਰਮਾਤਮਾ ਨੂੰ ਯਾਦ ਹੀ ਨਾ ਕਰੀਏ, ਉਹ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ, ਤੇ ਆਪਾਂ ਹੋ ਗਏ ਅਕਿਰਤ ਕਣ। ਇਹਨੂੰ ਕਹਿੰਦੇ ਅਕਿਰਤ ਕਣ। ਪਦਾਰਥ ਲੈ ਲਏ, ਹੈਲਪ ਲੈ ਲਈ, ਸਾਰਾ ਕੁਝ ਲੈ ਲਿਆ, ਅਗਲੇ ਨੂੰ ਯਾਦ ਹੀ ਨਹੀਂ ਕੀਤਾ। ਫਿਰ ਕਹਿੰਦੇ ਉਹਦੇ ਵਾਸਤੇ ਤਾਂ ਫਿਰ ਮਾਲਕ ਪਰਮਾਤਮਾ ਨੇ ਕਾਨੂੰਨ ਰੱਖਿਆ ਹੋਇਆ ਭਾਈ। ਕਹਿੰਦੇ ਉਹਨੂੰ ਨਰਕ ਘੋਰ, ਨਰਕ ਦੇ ਵਿੱਚ, ਇਹ ਜੂਨਾਂ ਦੇ ਵਿੱਚ ਵੀ ਸਭ ਤੋਂ ਜਿਹੜੀਆਂ ਔਖੀਆਂ ਜੂਨਾਂ ਹੈਗੀਆਂ, ਉਹਦੇ ਵਿੱਚ ਔਰ ਦੁੱਖ ਘਣੇ ਦੁੱਖ ਮਿਲਣੇ ਚਾਹੀਦੇ। ਨਰਕ ਘੋਰ ਬਹੁਤ ਦੁੱਖ ਘਣੇ, ਅਕਿਰਤ ਕਣਾ ਕਾ ਥਾਨ। ਕਹਿੰਦੇ ਉਹ ਉਹਨਾਂ ਦੀ ਜਗ੍ਹਾ ਉੱਥੇ ਹੈਗੀ ਭਾਈ। ਇਹ ਧਰਮਰਾਜ ਨੂੰ ਆ ਇੰਸਟਰਕਸ਼ਨ ਹੈਗੀ ਆ। ਤਿਨੇ ਪ੍ਰਭੇ ਮਾਰੇ ਨਾਨਕਾ, ਹੋਏ ਹੋਏ ਮੂਏ ਹਰਾਮ। ਉਸ ਮਾਲਕ ਪਰਮਾਤਮਾ ਨੇ, ਕਿਉਂਕਿ ਹਰਾਮਖੋਰੀ, ਹਰਾਮ ਕਹਿੰਦੇ ਆ ਬਈ ਕਿਸੇ ਦਾ ਖਾ ਲੈਣਾ ਔਰ ਜਿਹੜਾ ਹੈਗਾ ਉਹਨੂੰ ਨਿੰਦਣਾ, ਜਾਂ ਉਹਨੂੰ ਯਾਦ ਹੀ ਨਹੀਂ ਕਰਨਾ, ਉਹਦੇ ਉਪਕਾਰ ਨੂੰ। ਤਿਨੇ ਪ੍ਰਭੇ ਮਾਰੇ ਨਾਨਕਾ। ਉਸ ਮਾਲਕ ਪਰਮਾਤਮਾ ਨੇ ਆਹ ਕਾਨੂੰਨ ਬਣਾਇਆ, ਆਹ ਗੇਮ ਬਣਾਈ ਹੋਈ ਆ ਉਸਨੇ। ਇਸ ਤਰ੍ਹਾਂ ਦੇ ਰੂਲ ਆ ਗੇਮ ਦੇ। ਇਹ ਗੇਮ ਹੈਗੀ ਭਾਈ, ਗੇਮ ਦੇ ਰੂਲਸ ਹੈਗੇ। ਰੂਲਸ ਦੇ ਹਿਸਾਬ ਦੇ ਨਾਲ ਆਪਾਂ ਨੂੰ ਇਹ ਦੁਨੀਆ ਦੇ ਵਿੱਚ ਜਿੱਥੇ ਆਪਾਂ ਹੈਗੇ ਆ, ਇਹ ਸੈੱਟ ਰੂਲਸ ਹੈ ਮਾਲਕ ਪਰਮਾਤਮਾ ਦੇ। ਇਹ ਰੂਲਾਂ ਦੇ ਅਨੁਸਾਰ ਹੀ ਆਪਾਂ ਜਿਹੜੇ ਹੈਗੇ, ਆਪਾਂ ਇੱਧਰ ਉੱਧਰ ਨਹੀਂ ਹੋ ਸਕਦੇ। ਜੋ ਰੂਲ ਬਣਾਏ ਆ ਬਈ ਆ ਇਸ ਤਰ੍ਹਾਂ ਕਰੋਗੇ, ਆ ਸਜ਼ਾ ਮਿਲ ਜਾਏਗੀ, ਆ ਮਿਲੇਗਾ ਤੁਹਾਨੂੰ, ਆ ਕਰੋਗੇ ਆ ਮਿਲੇਗਾ। ਤਿਨੇ ਪ੍ਰਭੇ ਮਾਰੇ, ਪ੍ਰਭੇ ਉਸਨੇ, ਪ੍ਰਭੇ ਪ੍ਰਭੂ ਨੇ, ਦੋਨਾਂ ਦੇ ਵਿੱਚ ਸਿਆਰੀ ਹੈਗੀ। ਮਾਰੇ ਨਾਨਕਾ, ਇਸ ਤਰੀਕੇ ਦੇ ਨਾਲ ਆਤਮਿਕ ਮੌਤ ਮਾਰੇ ਆ ਭਾਈ। ਇਸ ਤਰ੍ਹਾਂ ਮਨੁੱਖੀ ਜੂਨ ਗਵਾ ਲੈਂਦੇ ਆ ਉਹ। ਹੋਏ ਹੋਏ ਮੂਏ ਹਰਾਮ। ਕਹਿੰਦੇ ਇਸ ਤਰ੍ਹਾਂ ਜਿਹੜੇ ਹੈਗੇ ਆਤਮਿਕ ਮੌਤ ਜਿਹੜੇ ਹੈਗੇ ਮਰ ਜਾਂਦੇ ਆ ਭਾਈ। ਹੋਏ ਹੋਏ ਮੂਏ ਹਰਾਮ, ਹਰਾਮਖੋਰੀ ਕਰਕੇ, ਖੁਆਰ ਹੋ ਕੇ ਖਤਮ ਹੋ ਜਾਂਦੇ ਆ, ਉਹਨਾਂ ਦਾ ਜੀਵਨ ਚਲੇ ਜਾਂਦਾ ਹੈ। ਹਾਂਜੀ ਸੁਖਵਿੰਦਰ ਜੀ। ਹਾਂਜੀ ਦੇਖੋ, ਕੱਲ ਤੱਕ ਮਹਾਰਾਜ ਜੀ ਕਹਿ ਰਹੇ ਸੀ, ਨਿੰਦਕ ਦੀ ਗੱਲ ਕਰਦੇ ਸੀ ਕਿ ਵੀ ਉਹ ਨਿੰਦਕਾਂ ਦਾ ਕੀ ਹਾਲ ਹੁੰਦਾ ਹੈ ਨਾ ਜੀ। ਅੱਜ ਅਗਲੀ ਕੈਟੇਗਰੀ ਇਹ ਜਿਹੜੇ ਰੱਬ ਦੀ ਹੋਂਦ ਨੂੰ ਹੀ ਸਵੀਕਾਰ ਨਹੀਂ ਕਰਦੇ। ਉਹ ਕਹਿੰਦੇ ਵੀ ਉਹ ਤਾਂ ਐਵੇਂ, ਉਹ ਤਾਂ ਜੀ ਪਤਾ ਨਹੀਂ ਕਿੱਥੋਂ ਆ ਰਿਹਾ, ਇਹ ਤਾਂ ਮੈਂ ਕਰ ਰਿਹਾ, ਮੈਂ ਇੱਥੇ ਤੱਕ ਪਹੁੰਚਿਆ, ਮੇਰੀ ਮਿਹਨਤ ਹੈ, ਮੈਂ ਕੀਤਾ। ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਪਤਾ ਨਹੀਂ ਕਿੱਥੋਂ ਆ ਰਿਹਾ। ਇਹ ਤੇਰੇ ਕੋਲ ਪੁਰਾਣੇ ਕਰਮਾਂ ਦਾ ਤੈਨੂੰ ਮਿਲ ਰਿਹਾ, ਪਰ ਫਿਰ ਤੂੰ ਨਸ਼ੁਕਰਾ ਹੋ ਗਿਆ। ਤੂੰ ਕੋਈ ਥੈਂਕਸ ਗਿਵਿੰਗ ਨਹੀਂ ਕੀਤੀ ਉਹਦੀ ਵੀ ਮਾਲਕਾ ਸ਼ੁਕਰ ਹੈ ਤੂੰ
ਮੈਨੂੰ ਇਹ ਜਿਹੜਾ ਮਨੁੱਖ ਜਨਮ ਦਿੱਤਾ ਇਹ ਵੀ ਉਹਦੀ ਕਿਰਪਾ ਹੀ ਹੈ ਕਿ ਤੈਨੂੰ ਮੌਕਾ ਦਿੱਤਾ ਉਹਨੇ ਕਿ ਵੀ ਤੂੰ ਨਿਕਲ ਜਾ, ਤੇਰੇ ਵਾਸਤੇ ਇੱਕ ਮੌਕਾ ਇੱਕ ਹੋਰ। ਜੇ ਕਰਨਾ ਤਾਂ ਇਹ ਸੀ ਕਿ ਅਬ ਕੀ ਬਾਰ ਬਖਸ਼ ਬੰਦੇ ਕੋ ਬਹਰ ਨਾ ਭਵਜਲ ਫੇਰਾ, ਨਹੀਂ ਬਖਸ਼, ਉਹ ਆਇਆ ਹੀ ਨਹੀਂ ਮਨ ਚ। ਉਹ ਖਾ ਲਿਆ, ਪੀ ਲਿਆ, ਸੌਂ ਲਿਆ, ਉੱਥੇ ਘੁੰਮੀ ਗਏ। ਤੇ ਫਿਰ ਉਹ ਕਹਿੰਦੇ ਇਹੋ ਜਿਹੇ ਬੰਦਿਆਂ ਦੀ ਹੁਣ ਕੀ ਹੋਊਗੀ ਫਿਰ ਜਦ ਥੈਂਕਸ ਗਿਵਿੰਗ ਹੀ ਨਹੀਂ। ਉਹ ਕਹਿੰਦੇ ਤੂੰ ਵੇਸਟ ਕਰਤੀ ਜੋ ਤੈਨੂੰ ਦੇ ਕੇ ਭੇਜਿਆ ਸੀ, ਮੈਂ ਸਾਰਾ ਕੁਛ ਪਾ ਕੇ ਜਾ ਕੇ ਛਪਾਇਆ ਸੇਕਾ ਵਾਰ, ਤੂੰ ਉਹ ਵੀ ਗਵਾ ਕੇ ਆ ਗਏ, ਸਾਰਾ ਮੂਲ ਆਪਣਾ। ਤੇ ਉਹ ਫਿਰ ਉਹਨਾਂ ਦੀ ਸਜ਼ਾ ਬਸ ਉਹ ਇਹੀ ਹੈ, ਉਹਨੇ ਜੋ ਸਿਸਟਮ ਬਣਾਇਆ ਕਿ ਵੀ ਤੂੰ ਗਾਈ ਪਾਈ ਜਾ ਕਿਹੜੇ ਪਤਾ ਨਹੀਂ ਤੈਨੂੰ ਜਦੋਂ ਕੋਈ ਮਿਲੂਗਾ ਤੂੰ ਉਸ ਗਰਭ ਮੰਡਲ ਦੇ ਵਿੱਚ ਤੈਨੂੰ ਤੇਰੇ ਵਰਗੇ ਜੇ ਤੂੰ ਕਰਮ ਕੀਤੇ ਉਹਦੇ ਹਿਸਾਬ ਨਾਲ ਤੈਨੂੰ ਲੇਖਾ ਦੇਣਾ ਪੈਣਾ। ਤੂੰ ਚਲਿਆ ਜਾ, ਚੱਲੀ ਚੱਲ ਆਪਣੇ ਹਿਸਾਬ ਨਾਲ, ਮੈਨੂੰ ਤਾਂ ਕੋਈ ਪਰਵਾਹ ਨਹੀਂ, ਮੈਂ ਤਾਂ ਬੈਠਾ ਸਾਈਡ ਤੇ ਹੋ ਕੇ। ਜੀ ਵੀਰ ਜੀ। ਔਰ ਜਿਹੜੇ ਗਿਆਨ ਦਿੰਦੇ ਆ ਉਹਨਾਂ ਦੀ ਨਿੰਦਾ ਕਰਦੇ ਆ। ਗੱਲ ਇੱਥੇ ਆ ਨਾ, ਦਵਾਈ ਜਿੱਥੋਂ ਮਿਲਣੀ ਆ। ਬਿਲਕੁਲ ਠੀਕ ਹੈ। ਹਾਂ ਸਹੀ ਹੈ ਜੀ। ਉਹਨਾਂ ਦੀ ਦਾਰੂ ਜਿਹਨੇ ਦਵਾਈ ਦੇਣੀ ਉਹਨੂੰ ਹੀ ਨਿੰਦੀ ਜਾਂਦੇ ਨੇ, ਤੇ ਫਿਰ ਇਲਾਜ ਕੀ ਹੋਣਾ ਉਹਨਾਂ ਦਾ। ਬਸ ਆਹੀ ਗੱਲ ਹੈਗੀ ਆ। ਅਗਲਾ ਸ਼ਲੋਕ ਆ ਗਿਆ, ਇਹ ਵੀ ਪੰਜਵੀਂ ਪਾਤਸ਼ਾਹੀ ਦਾ ਹੈ। ਮਹਲਾ ਪੰਜਵਾਂ। ਔਖਦ ਸਭੇ ਕੀਤੀਆਂ ਨਿੰਦਕ ਕਾ ਦਾਰੂ ਨਾਹੇ। ਹਰੇਕ ਬਿਮਾਰੀ ਦਾ ਇਲਾਜ ਮਾਲਕ ਨੇ ਬਣਾਇਆ ਹੈਗਾ। ਔਖਦ ਸਭੇ ਕੀਤੀਆਂ, ਸਾਰੀਆਂ ਬਿਮਾਰੀਆਂ ਦੇ ਇਲਾਜ ਹੈਗੇ। ਨਿੰਦਕ ਕਾ ਦਾਰੂ ਨਾਹੇ, ਨਿੰਦਕ ਦਾ ਦਾਰੂ ਨਹੀਂ ਹੈਗਾ ਭਾਈ, ਨਿੰਦਕ ਦਾ ਦਾਰੂ ਨਹੀਂ ਹੈਗਾ। ਇਹ ਪੰਜਵੀਂ ਪਾਤਸ਼ਾਹੀ ਕਹਿ ਰਹੀ, ਬ੍ਰਹਮ ਗਿਆਨੀ ਕਹਿ ਰਹੇ ਭਾਈ। ਔਖਦ ਸਭੇ ਕੀਤੀਆਂ ਨਿੰਦਕ ਕਾ ਦਾਰੂ ਨਾਹੇ, ਉਹਦਾ ਇਲਾਜ ਨਹੀਂ ਹੈ ਭਾਈ। ਕਿਉਂਕਿ ਉਹ ਤਾਂ ਡਾਕਟਰ ਜਿਹਨੇ ਇਲਾਜ ਕਰਨਾ ਹੈ, ਉਹ ਤਾਂ ਡਾਕਟਰ ਨੂੰ ਵੀ ਜਿਹੜਾ ਹੈਗਾ ਉਹਨੂੰ ਹੀ ਹਿੱਟ ਕਰਨ ਲੱਗਿਆ ਹੈ। ਉਸੇ ਨੂੰ ਡਾਕਟਰ ਦੀ ਨਿੰਦਾ ਕਰਦਾ ਹੈ, ਤੇ ਉਹਦਾ ਕੀ ਇਲਾਜ ਹੋ ਸਕਦਾ ਹੈ। ਔਖਦ ਸਭੇ ਕੀਤਿਆਂ ਨਿੰਦਕ ਕਾ ਦਾਰੂ ਨਾਹੇ। ਆਪ ਭੁਲਾਏ ਨਾਨਕਾ ਪਚ ਪਚ ਜੋਨੀ ਪਾਹੇ। ਇਹ ਮਾਲਕ ਪਰਮਾਤਮਾ ਦਾ ਕਾਨੂੰਨ ਹੈਗਾ ਪਾਏ। ਕਹਿੰਦੇ ਫਿਰ ਜਿਹੜਾ ਹੈਗਾ ਜੂਨਾਂ ਦੇ ਵਿੱਚ ਪਏਗਾ ਪਾਏ। ਮਾਲਕ ਦਾ ਕਾਨੂੰਨ ਆ। ਕੀ ਕਾਨੂੰਨ ਆ? ਆਪ ਭੁਲਾਏ ਨਾਨਕਾ। ਵੀ ਮਾਲਕ ਪਰਮਾਤਮਾ ਜਿਹੜਾ ਕਹਿੰਦਾ ਹੈ ਕਿ ਇਹਨੂੰ ਮੈਂ ਨਿੰਦਾ ਕਰਨ ਲਾ ਦਿੰਦਾ, ਇਹਨੂੰ ਮੈਂ ਭੁਲਾ ਦੂੰਗਾ। ਨਹੀਂ। ਮਾਲਕ ਨੇ ਤਾਂ ਜੋ ਹੈ ਨਿੰਦਾ ਕਰਨ ਵਾਲਾ ਵੀ ਕਾਨੂੰਨ ਬਣਾਇਆ ਹੋਇਆ ਹੈ। ਇੱਕ ਨਿੰਦਾ ਕਰਨ ਵਾਲਾ ਵੀ ਜਿਹੜਾ ਹੈਗਾ ਉਹਨੇ ਪ੍ਰੋਵੀਜ਼ਨ ਕੀਤਾ ਹੈ ਵੀ ਨਿੰਦਾ ਵੀ ਕਰ ਸਕਦੇ ਹੋ ਤੁਸੀਂ, ਜਿਸ ਤਰ੍ਹਾਂ ਕਿਸੇ ਨੂੰ ਕਤਲ ਵੀ ਕਰ ਸਕਦੇ ਆ। ਇਹ ਜਿਹੜਾ ਹੈਗਾ ਆਪਾਂ ਕੁਛ ਵੀ ਕਰ ਸਕਦੇ ਹਾਂ। ਜੋ ਮਾਲਕ ਦੀ ਗੇਮ ਦੇ ਵਿੱਚ ਜੋ ਜਿਹੜੇ ਹੈਗੇ ਆ, ਜੋ ਪ੍ਰੋਵੀਜ਼ਨਸ ਹੈਗੇ ਆ, ਉਹ ਆਪਾਂ ਕਰ ਸਕਦੇ ਹਾਂ। ਔਰ ਉਹਨਾਂ ਦਾ ਫਿਰ ਜਿਹੜਾ ਹੈਗਾ ਉਹਨਾਂ ਦਾ ਰਿਜ਼ਲਟ ਜਿਹੜਾ ਹੈਗਾ ਉਹ ਆਪਣੇ ਵੱਸ 'ਚ ਨਹੀਂ ਹੈਗਾ। ਇਸ ਤਰ੍ਹਾਂ ਮਾਲਕ ਪਰਮਾਤਮਾ ਨੇ ਨਿੰਦਾ ਕਰਨ ਵਾਲਿਆਂ ਨੂੰ ਨਿੰਦਾ ਕਰਨ ਦੀ ਜਿਹੜੀ ਹੈ ਮਾਲਕ ਨੇ ਪ੍ਰੋਵੀਜ਼ਨ ਕੀਤਾ ਹੈ। ਇਸ ਕਰਕੇ ਜਿਹੜੇ ਕਰਨਗੇ ਉਹਨਾਂ ਨੂੰ ਫਿਰ ਜੂਨਾਂ ਦੇ ਵਿੱਚ ਪਾਉਂਦਾ ਹੈ। ਪਚ ਜੋਨੀ ਪਾਹੇ, ਪਚ ਕੇ ਜਿਹੜਾ ਹੈਗਾ ਖੁਆਰ ਹੋ ਕੇ ਜਿਹੜਾ ਖੱਪ ਕੇ ਜੂਨਾਂ ਦੇ ਵਿੱਚ ਘੁੰਮਦੇ ਆ। ਫਿਰ ਉਹ ਆਪ ਹੀ ਭੁਲਾਏ। ਮਾਲਕ ਥੋੜ੍ਹੀ ਨਾ ਭੁਲਾਉਂਦਾ ਹੈ ਪਾਏ। ਮਾਲਕ ਤਾਂ ਫਿਰ ਗੇਮ ਹੈ। ਮਾਲਕ ਤਾਂ ਜਿਹੜਾ ਹੈਗਾ ਉਹ ਗੇਮ 'ਚ ਆਉਂਦਾ ਹੀ ਨਹੀਂ ਹੈ। ਮਾਲਕ ਨੇ ਤਾਂ ਇੱਕ ਗੇਮ ਬਣਾ ਦਿੱਤੀ, ਉਹ ਤਾਂ ਗੇਮ ਦੇਖ ਰਿਹਾ ਹੈ ਬਸ। ਔਖਦ ਸਭੇ ਕੀਤੀਆਂ ਨਿੰਦਕ ਕਾ ਦਾਰੂ ਨਾਹੇ। ਆਪ ਭੁਲਾਏ ਨਾਨਕਾ ਪਚ ਜੋਨੀ ਪਾਹੇ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਕਿਉਂਕਿ ਸਾਰੀ ਹਰ ਚੀਜ਼ ਦਾ ਇਲਾਜ ਹੈਗਾ ਮਾਲਕ ਨੇ ਪਾਇਆ, ਪਰ ਉਹ ਕਹਿੰਦੇ ਇਹ ਤਾਂ ਦਾਰੂ ਨਹੀਂ ਹੈ ਨਿੰਦਕ ਦਾ। ਕਿਉਂ? ਜਿਹਨੇ ਨਿੰਦਾ ਕਰ ਦਿੱਤੀ ਉਹ ਤਾਂ ਕਰਮ ਹੋ ਗਿਆ। ਉਹਦੀ ਹੁਣ ਬੈਕਵਰਡ ਜਿਹੜਾ ਉਹਦਾ ਰਿਐਕਸ਼ਨ ਹੈ ਉਹਦੇ ਅੰਦਰ ਪਹਿਲਾਂ ਤਾਂ ਉਹਦਾ ਆਪਣਾ ਹੀ ਸੜੂਗਾ। ਉਹ ਕੱਲ ਵੀ ਆਇਆ ਸੀ ਗੁਰਬਾਣੀ 'ਚ ਕਿ ਵੀ ਉਹ ਅੰਦਰੋਂ ਸੜਦਾ ਰਹਿੰਦਾ। ਉਹ ਅੰਦਰੋਂ ਉਹਦੇ ਅੰਦਰੋਂ ਏਦਾਂ ਦੀਆਂ ਨੈਗੇਟਿਵਿਟੀਆਂ ਚੱਲਦੀਆਂ ਰਹਿਣਗੀਆਂ ਜਿਹਨੇ ਉਹਨੂੰ ਅੱਗੇ ਨਹੀਂ ਉੱਠਣ ਨਹੀਂ ਦੇਣਾ, ਉਹਦੀ ਆਤਮਾ ਨੂੰ ਅਪਗ੍ਰੇਡ ਨਹੀਂ ਹੋਣ ਦੇਣਾ ਉਹਨੇ। ਤੇ ਉਹ ਉਸ ਤਰ੍ਹਾਂ ਫਿਰ ਉਹ ਭੁੱਲ ਜਾਂਦੇ ਆ। ਉਹ ਪਰਮਾਤਮਾ ਕਿੱਥੇ ਯਾਦ ਰਹਿੰਦਾ ਉਹਨਾਂ ਨੂੰ? ਉਹ ਤਾਂ ਜਦ ਨਿੰਦਾ ਹੀ ਕਰ ਰਹੇ ਨੇ, ਹੈ ਨਾ ਜੀ। ਬਿਲਕੁਲ। ਉਹ ਫਿਰ ਪਚ ਉਹ ਬਾਰ-ਬਾਰ ਉਹ ਆਪਣੇ ਕੀਤੇ ਜਿਹੇ ਜਿਹੇ ਕੰਮ ਕਰਨਗੇ ਸੋ ਭਰਨਗੇ। ਉਹ ਤਾਂ ਭਰਨਾ ਪੈਣਾ ਅਲਟੀਮੇਟਲੀ। ਇਹ ਸਿਧਾਂਤ ਹੈ ਕਰਮ ਦਾ। ਔਰ ਇੱਕ ਚੀਜ਼ ਹੈਗੀ ਸੁਖਵਿੰਦਰ ਜੀ, ਨਿੰਦਕ ਜਿਹੜਾ ਨਿੰਦਾ ਕਰ ਲਈ ਨਾ ਉਹਨਾਂ ਨੇ, ਉਹਦੀ ਕੋਈ ਪ੍ਰੋਬਲਮ ਨਹੀਂ ਹੈ। ਨਿੰਦਾ ਕਰ ਲਈ ਜਿਹੜੀ ਹੈਗੀ ਆ ਉਹ ਇਮਟੀਰੀਅਲ ਹੈਗਾ। ਪਰ ਜੇ ਕਿਤੇ ਉਹ ਜਿਹੜੇ ਹੈਗੇ ਫਿਰ ਡਾਕਟਰ ਦੇ ਕੋਲ ਜਾ ਕੇ ਡਾਕਟਰ ਦੀ ਗੱਲ ਮੰਨ ਲੈਣ ਤੇ ਦਵਾਈ ਖਾ ਲੈਣ ਤੇ ਉਹਨਾਂ ਦਾ ਉਹ ਨਿੰਦਾ ਵਾਲਾ ਉਹ ਵੀ ਉਧਾਰ ਹੋ ਜਾਂਦਾ। ਹਾਂ ਦੇਖੋ ਕਿੰਨਾ ਮਾਲਕ ਨੇ ਮਤਲਬ ਕਿੰਨੀ ਉਹਨਾਂ ਨੇ ਮਤਲਬ ਸਾਨੂੰ ਪ੍ਰੋਵੀਜ਼ਨ ਦਿੱਤੀ ਹੈ
ਕਿ ਕੋਈ ਨਹੀਂ, ਜਦ ਤੂੰ ਜੇ ਤੂੰ ਆ ਗਿਆ ਹੈ, ਕੋਈ ਨਹੀਂ, ਯੂ ਟਰਨ ਲੈ ਲਿਆ ਨਾ ਹੁਣ, ਕੋਈ ਨਹੀਂ, ਮੈਂ ਤੇਰਾ ਪਿਛਲਾ ਸਾਰਾ ਮੁਟਾਤਾ, ਹੁਣ ਕੋਈ ਨਹੀਂ, ਹੁਣ ਆ ਜਾ ਤੂੰ ਸਿੱਧੇ ਰਸਤੇ। ਬਿਲਕੁਲ, ਹਾਂ ਆ ਚੀਜ਼ ਹੈ। ਚੱਲ ਤੂੰ ਹੁਣ ਮੁੜਿਆ ਆਇਆ, ਤੂੰ ਮੇਰਾ ਹੀ ਬੱਚਾ ਹੈ, ਮੈਂ ਤਾਂ ਫੇਰ ਗੇਮ ਹੈ, ਮੈਂ ਤਾਂ ਬੈਠਾ ਤੇਰੀ ਵੇਟ ਕਰ ਰਿਹਾ ਸੀ ਕਿੰਨੇ ਜਨਮਾਂ ਦਾ, ਕਿ ਤੂੰ ਕਦੋਂ ਮੁੜੇਗਾ, ਹੈਨਾ। ਬਿਲਕੁਲ, ਸ਼ੁਕਰ ਹੈ। ਇਹ ਪੌੜੀ ਆ ਗਈ, ਪੌੜੀ ਪੰਜਵੀਂ, ਇਹ ਪੰਜਵੀਂ ਪਾਤਸ਼ਾਹੀ ਦੀ ਪੌੜੀ ਹੈ। ਤੁਸ ਦਿੱਤਾ ਪੂਰੇ ਸਤਿਗੁਰੂ ਹਰ ਤਨ ਸੱਚ ਅਖੁੱਟ। ਪੂਰਾ ਸਤਿਗੁਰੂ ਹੈ ਨਾ, ਜਿਹੜੇ ਪੂਰਾ ਸਤਿਗੁਰੂ ਹੈ, ਜਿਹੜਾ ਚੌਥੇ ਪਾਤਸ਼ਾਹ ਹੈਗਾ, ਜਿਹਨੇ ਯਾਤਰਾ ਕਰ ਲਈ ਆ, ਉਹੀ ਜਿਹੜੇ ਹੈਗੇ ਆ ਦੂਸਰੇ ਨੂੰ ਜਿਹੜਾ ਹੈਗਾ ਇਹ ਨਾਮ ਦੇ ਧਨ ਵੱਲ ਲਾ ਸਕਦੇ ਆ ਭਾਈ। ਉਹੀ ਦੱਸ ਸਕਦੇ ਆ ਭਾਈ ਆਹ ਰਸਤਾ ਹੈ, ਉਹੀ ਚਾਨਣ ਦੇ ਸਕਦੇ ਆ। ਖੁਸ਼ ਹੋ ਕੇ ਤੁਸੀਂ ਦਿੱਤਾ ਪੂਰੇ ਸਤਿਗੁਰੂ ਹਰ ਤਨ ਸੱਚ ਅਖੁੱਟ। ਅਖੁੱਟ ਧਨ ਆ ਭਾਈ, ਖੁੱਟਦਾ ਹੀ ਨਹੀਂ ਕਦੀ ਵੀ। ਜਿੰਨਾ ਖਾਓ, ਜਿੰਨਾ ਯੂਜ਼ ਕਰੋ, ਨਹੀਂ ਖੁੱਟੇਗਾ ਇਹ ਨਾਮ ਧਨ। ਤੁਸੀਂ ਦਿੱਤਾ ਪੂਰਾ ਸਤਿਗੁਰੂ ਹਰ ਤਨ ਸੱਚ, ਇਹ ਸੱਚ ਹੈਗਾ, ਅਖੁੱਟ ਹੈਗਾ। ਸਭ ਅੰਦੇਸੇ ਮਿਟ ਗਏ ਜਮ ਕਾ ਭਾਉ ਛੁੱਟ। ਔਰ ਦੇਖੋ, ਜਿਹੜਾ ਵੀ ਧਿਆਨ ਸਿਮਰਨ ਕਰਦਾ ਹੈ, ਉਹਦੇ ਅੰਦਰ ਸਾਰੇ ਦੇ ਸਾਰੇ ਅੰਦੇਸੇ ਜਿਹੜੇ ਹੈਗੇ, ਸਹਿਮ ਜਿਹੜੇ ਹੈਗੇ, ਡਰ ਜਿਹੜੇ ਹੈਗੇ ਮਿਟ ਜਾਂਦੇ ਆ। ਉਹਦਾ ਲੇਖਾ ਜੋਖਾ ਖਤਮ ਹੋ ਜਾਂਦਾ ਹੈ ਔਰ ਜਮ ਦਾ ਡਰ ਛੁੱਟ ਜਾਂਦਾ ਹੈ, ਜੂਨਾਂ ਦੇ ਵਿੱਚ ਨਹੀਂ ਜਾਏਗਾ। ਕਾਮ ਕ੍ਰੋਧ ਬੁਰਾਈਆਂ ਸੰਗ ਸਾਧੂ ਟੁੱਟ। ਆਇਆ ਬ੍ਰਹਮ ਗਿਆਨੀ, ਆਇਆ ਗੁਰੂ, ਆਇਆ ਸਾਧੂ, ਕਹਿੰਦੇ ਉਹਨਾਂ ਦੀ ਸੰਗਤ ਦੇ ਵਿੱਚ, ਉਹਨਾਂ ਦੇ ਅਨੁਸਾਰ ਚੱਲਣ ਦੇ ਨਾਲ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਅਵਗੁਣ, ਜਿਹੜੀਆਂ ਬੁਰਾਈਆਂ ਹੈਗੀਆਂ, ਇਹ ਸਾਰੀਆਂ ਦੀਆਂ ਸਾਰੀਆਂ ਛੁੱਟ ਜਾਂਦੀਆਂ, ਟੁੱਟ ਜਾਂਦੀਆਂ। ਵਿਣ ਸੱਚੇ ਦੂਜਾ ਸੇਵਦੇ ਹੋਏ ਮਰਸਨੇ ਬੁੱਟ। ਜਿਹੜੇ ਉਸ ਸੱਚੇ ਮਾਲਕ ਪਰਮਾਤਮਾ ਨੂੰ, ਉਹ ਮਾਲਕ ਸੱਚ ਹੈਗਾ, ਹਮੇਸ਼ਾ ਰਹਿਣ ਵਾਲਾ ਹੈ, ਉਸ ਤੋਂ ਇਲਾਵਾ ਦੂਜਾ ਜੋ ਪ੍ਰਕਿਰਤੀ ਜਿਹੜੀ ਹੈਗੀ, ਆਕਾਰ ਜਿਹੜੇ ਹੈਗੇ, ਮਾਇਆ ਜਿਹੜੀ ਹੈਗੀ, ਕਿਸੇ ਵੀ ਜਿਹੜੇ ਹੈਗੇ, ਕਿਸੇ ਵੀ ਬੰਦੇ ਨੂੰ, ਤੀਵੀਂ ਨੂੰ, ਦੇਵੀ ਨੂੰ, ਦੇਵਤੇ ਨੂੰ, ਹੋਰ ਕਿਸੇ ਸੂਰਜ ਨੂੰ, ਚੰਦ ਨੂੰ, ਤਾਰਿਆਂ ਨੂੰ, ਦਰਖਤ ਨੂੰ, ਹੋਰ ਕਿਸੇ ਵੀ ਜਿਹੜੀ ਹੈਗੀ ਮੂਰਤੀ ਨੂੰ, ਕਿਸੇ ਨੂੰ ਵੀ ਆਕਾਰ ਦੇ ਵਿੱਚ ਜਿਹੜਾ ਹੈਗਾ, ਬਿਨ ਸੱਚੇ ਦੂਜਾ ਸੇਵਦੇ, ਜਿਹੜੇ ਵੀ ਡੁਐਲਿਟੀ ਨੂੰ, ਦੂਸਰੇ ਨੂੰ, ਉਸ ਮਾਲਕ ਨੂੰ ਛੱਡ ਕੇ ਹੋਰ ਕਿਸੇ ਦੀ ਸੇਵਾ ਕਰਦੇ ਆ, ਹੋਏ ਮਰਸਨੇ ਬੁੱਟ। ਬੁੱਟ ਕਹਿੰਦੇ ਆ। ਔਰ ਦੇਖੋ, ਚਿੜੀਆਂ ਦਾ ਛੋਟਾ ਜਿਹੜਾ ਬੱਚਾ ਨਿਕਲਦਾ ਉਹਨੂੰ ਬੁੱਟ ਕਹਿੰਦੇ, ਬੋਟ ਕਹਿੰਦੇ ਆ। ਕਿਵੇਂ ਜਿਹੜਾ ਡਿੱਗ ਪੈਂਦਾ ਹੈ ਉੱਪਰੋਂ, ਜਿਹੜਾ ਹੈਗਾ ਡਿੱਗ ਕੇ ਮਰ ਜਾਂਦਾ। ਕਹਿੰਦੇ ਇਸ ਤਰੀਕੇ ਦੇ ਨਾਲ ਪਾਏ, ਉਹ ਮਨੁੱਖੀ ਜੀਵਨ ਪਾਈ ਹੈ, ਉਹ ਮਰ ਜਾਣਗੇ ਡਿੱਗ ਕੇ। ਇਹ ਸੰਸਾਰ ਸਮੁੰਦਰ ਦੇ ਵਿੱਚ ਹੀ ਗਲਤਾਨ ਹੋ ਜਾਣਗੇ। ਵਿਣ ਸੱਚੇ ਦੂਜਾ ਸੇਵਦੇ ਹੋਏ ਮਰਸਨੇ ਬੁੱਟ। ਨਾਨਕ ਕੋ ਗੁਰੇ ਬਖਸ਼ਿਆ ਨਾਮੈ ਸੰਗ ਜੁਟ। ਵਾਹ ਬਈ ਵਾਹ, ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ, ਨਾਨਕ ਕਹੋ ਲੱਗ ਗਿਆ, ਇਸ ਕਰਕੇ ਨਾਨਕ ਦੀ ਔਂਕੜ ਨਹੀਂ ਹੈ। ਨਾਨਕ ਕੋ ਗੁਰੇ ਬਖਸ਼ਿਆ, ਗੁਰੂ ਨੇ ਕੀ ਦਿੱਤਾ, ਬਖਸ਼ਿਸ਼ ਕੀ ਕੀਤੀ, ਕੀ ਮਿਹਰ ਕਰ ਦਿੱਤੀ ਗੁਰੂ ਨੇ? ਬਈ ਨਾਮੇ ਦੇ ਨਾਲ ਜੋੜ ਦਿੱਤਾ, ਮੈਨੂੰ ਧਿਆਨ ਸਿਮਰਨ, ਮੈਨੂੰ ਜਿਹੜਾ ਹੈਗਾ ਭਗਤੀ ਵਿੱਚ ਲਾ ਦਿੱਤਾ, ਮੈਨੂੰ ਕੀਰਤਨ ਕਰਨ ਵਾਸਤੇ ਲਾ ਦਿੱਤਾ। ਕਿਹੜਾ ਕੀਰਤਨ? ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਮੈਨੂੰ ਧਿਆਨ ਲਾਉਣ ਵਿੱਚ ਲਾ ਦਿੱਤਾ, ਮੈਨੂੰ ਵਿਚਾਰ ਬੰਦ ਕਰਨ ਵਿੱਚ ਲਾ ਦਿੱਤਾ। ਨਾਨਕ ਕੋ ਗੁਰੇ ਬਖਸ਼ਿਆ ਨਾਮੇ ਸੰਗ ਜੁਟ। ਮੈਨੂੰ ਜੋੜ ਦਿੱਤਾ ਨਾਮ ਦੇ ਨਾਲ, ਨਾਮ ਪ੍ਰਾਪਤ ਹੋ ਜਾਏਗਾ ਮੈਨੂੰ। ਮੇਰੇ ਜਿਹੜੇ ਸਵਾਸ ਜਿਹੜੇ ਹੈਗੇ, ਇਹ ਹੁਣ ਜਿਹੜੇ ਹੈਗੇ ਨਾਮ ਧਨ ਵਿੱਚ ਕਨਵਰਟ ਹੋਣ ਲੱਗ ਪਏ, ਜਿਹਦੇ ਨਾਲ ਉਸ ਧਨ ਦੇ ਨਾਲ ਮੈਂ ਜਿਹੜਾ ਹੈਗਾ ਨਾਮ ਅੰਮ੍ਰਿਤ ਨੂੰ ਖਰੀਦ ਲਊਂਗਾ, ਅੰਮ੍ਰਿਤ ਮਿਲ ਜਾਏਗਾ ਮੈਨੂੰ। ਹਾਂਜੀ ਸੁਖਵਿੰਦਰ ਜੀ। ਹਾਂਜੀ, ਉਹ ਕਹਿੰਦੇ ਜੀ ਇਹ ਸਾਰਾ ਕੁਝ ਹੋਇਆ ਕਿੱਦਾਂ ਕਿ ਵੀ ਉਹ ਮਾਲਕ ਮੇਰੇ ਤੇ ਤੁਸ ਗਿਆ ਉਹਨੇ ਟੁੱਟ ਗਿਆ ਮੇਰੇ ਤੇ ਉਹ ਪ੍ਰਮਾਤਮਾ ਨੇ ਉਹ ਸਤਿਗੁਰੂ ਨੂੰ ਮਿਲਾ ਕੇ ਉਹਨਾਂ ਨੇ ਉਹ ਪੂਰਾ ਸਤਿਗੁਰੂ ਸੀ ਜਿਹੜਾ ਜਿਹਨੇ ਆਪ ਹੀ ਯਾਤਰਾ ਕੀਤੀ ਹੋਈ ਸੀ ਤੇ ਉਹਨੇ ਫਿਰ ਉਹ ਸਾਰਾ ਧਨ ਸੱਚ ਫੁੱਟ ਜਿਹੜਾ ਇਹ ਜਿਹੜਾ ਨਾ ਮੁੱਕਣ ਵਾਲਾ ਧਨ ਹੈ ਨਾ, ਉਹਨੇ ਉਹ ਪ੍ਰਸੰਨ ਹੋ ਕੇ ਦੇਤਾ ਦਾ ਮਤਲਬ ਉਹਨੂੰ ਗਿਆਨ ਦੇਤਾ, ਵਿਧੀ ਦੇਤੀ ਵੀ ਤੂੰ ਏਦਾਂ ਕਰ ਲਈ। ਹਾਂ, ਤੇ ਉਹਦੇ ਨਾਲ ਮੇਰੇ ਅੰਦਰ ਦੇ ਅੰਦੇਸੇ ਮਿਟ ਗਏ। ਫਿਰ ਅੰਦੇਸਾ ਕੀ ਆ? ਮਰਨ ਦਾ ਹੈ ਨਾ, ਮਰਨ ਦਾ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੈ ਨਾ ਜੀ। ਹਮਾਰੇ ਪਾਸ ਮੈਂ ਸਰੈਂਡਰ ਹੀ ਕਰਤਾ, ਰੇਣੂਕਾ ਮਿੱਟੀ ਹੋ ਗਿਆ ਮੈਂ, ਤੇ ਉਹ ਫਿਰ ਉਹ ਪ੍ਰਮਾਤਮਾ ਦੇ ਦਰ ਤੇ ਪਹੁੰਚ ਗਏ।
ਤੇ ਉਹ ਜਦ ਫਿਰ ਉੱਥੋਂ ਤੁਹਾਨੂੰ ਸੱਚ ਤਾਂ ਮਤਲਬ ਉਦੋਂ ਸਾਰੀ ਗੁਰੂ ਦੇ ਨੂੰ ਮਿਲਾਤਾ ਪ੍ਰਮਾਤਮਾ ਨੇ, ਫਿਰ ਉਹਨੇ ਉਹ ਨਾਮ ਧਨ ਜਿਹੜਾ ਹੈਗਾ ਜਿਹੜਾ ਨਹੀਂ ਮੁੱਕਣ ਵਾਲਾ ਉਹ ਦਿੱਤਾ। ਤੇ ਫਿਰ ਆ ਬੁਰਾਈਆਂ ਛੋਟੀਆਂ ਮੋਟੀਆਂ ਤਾਂ ਫਿਰ ਥੋੜੀ ਰਹਿ ਜਾਣਗੀਆਂ। ਜਦੋਂ ਸਾਧੂਆਂ ਦੀ ਸਾਧਨਾ ਕਰਨ ਵਾਲਿਆਂ ਦੇ ਨਾਲ ਬੈਠਿਆ, ਉਹਨਾਂ ਦੇ ਜੋ ਕੀਤੇ ਹੋਏ ਮਤਲਬ ਵਿਧੀ ਰਾਹੀਂ ਉਹ ਪਹੁੰਚ ਅੱਗੇ ਚੱਲਿਆ, ਤੇ ਫਿਰ ਉਹ ਸਾਰੀਆਂ ਬੁਰਾਈਆਂ ਛੁੱਟ ਗਈਆਂ। ਤੇ ਇਹਦੇ ਨਾਲ ਕੀ ਹੋਇਆ ਫਿਰ, ਉਹ ਨਾਲ ਇਹ ਵੀ ਦੱਸ ਰਹੇ ਨੇ ਕਿ ਵੀ ਇਹ ਤੋਂ ਬਿਨਾਂ ਜੇ ਤੂੰ ਹੋਰ ਦੂਜਾ ਭਾਵ ਤੇਰੇ ਅੰਦਰ ਆਏਗਾ, ਕਿਸੇ ਹੋਰ ਨੂੰ ਤੂੰ ਸੇਵੇਂਗਾ, ਹਨਾ, ਉਹ ਸਾਰਾ ਤੇਰਾ ਮਤਲਬ ਨਿਵਾਣ ਵੱਲ ਨੂੰ ਲਿਜਾਏਗਾ। ਤੈਨੂੰ ਤੂੰ ਮੁੱਕ ਜਾਏਗਾ ਵਾਰ-ਵਾਰ, ਤੂੰ ਇਹ ਜਨਮ ਦਾ ਮਰਨ ਦੇ ਗੇੜੇ 'ਚ ਪਿਆ ਰਹੇਗਾ, ਇੱਥੋਂ ਨਿਕਲਣਾ ਕੁਛ ਨਹੀਂ। ਤੇ ਫਿਰ ਉਹ ਕਹਿ ਰਹੇ ਜੀ, ਉਹ ਮਾਲਕ ਨੇ ਉਹਨਾਂ ਦਾ ਸੰਗ ਸਾਨੂੰ ਬਖਸ਼ ਕੇ ਗੁਰੂ ਦੇ ਨਾਲ ਮਿਲਾ ਕੇ ਉਹ ਨਾਮ ਧਨ ਦੀ ਵਿਧੀ ਦੱਸੀ, ਜਿਹਦੇ ਨਾਲ ਮੈਂ ਆਪਣੀ ਆਤਮਾ ਨੂੰ ਅਪਗ੍ਰੇਡ ਕੀਤਾ। ਇਸ ਤੋਂ ਅਗਲੀ ਪੌੜੀ ਜਿਹੜੀ ਹੈਗੀ 30ਵੀਂ ਪੌੜੀ, ਉਸ ਤੋਂ ਪਹਿਲਾਂ ਸ਼ਲੋਕ ਲੱਗਿਆ ਹੋਇਆ। ਇਹਦੇ ਵਿੱਚ ਜਿਹੜੇ ਹੈਗੇ ਮਹਾਰਾਜ ਜਿਹੜੇ ਹੈਗੇ ਬ੍ਰਹਮ ਗਿਆਨੀਆਂ ਦੀ, ਪੂਰੇ ਗੁਰੂ ਦੀ ਨਿੰਦਾ ਕਰਦੇ ਆ। ਉਹ ਕਿਉਂ ਨਿੰਦਾ ਕਰਦੇ ਆ? ਕਹਿੰਦੇ ਉਹ ਜਿਹੜੇ ਹੈਗੇ ਆ ਉਹ ਵੀ ਜਿਹੜੇ ਹੈਗੇ ਕੰਪੀਟੀਟਰਸ ਹੁੰਦੇ ਆ, ਉਹ ਕੰਪੀਟੀਟਰ ਬਣ ਜਾਂਦੇ ਆ। ਕੰਪੀਟੀਟਰ ਕੌਣ ਹੁੰਦਾ? ਬਈ ਜਿਹੜਾ ਹੈਗਾ ਜਿਹਨੇ ਜਿਹੜਾ ਹੈਗਾ ਉਹ ਕੰਮ ਜਿਹੜਾ ਹੈਗਾ ਭਗਤੀ ਤਾਂ ਕਰ ਨਹੀਂ ਰਿਹਾ, ਉਹ ਭਗਤੀ ਤੇ ਬਗੈਰ ਚਾਹੁੰਦਾ ਹੈ ਵੀ ਜੋ ਗੁਰੂ ਕੋਲ ਜੋ ਅਵਸਥਾ ਬ੍ਰਹਮ ਗਿਆਨੀਆਂ ਦੀ ਹੈਗੀ, ਗੁਰੂ ਦੀ ਅਵਸਥਾ ਹੈਗੀ, ਉਹ ਸਾਨੂੰ ਮਿਲ ਜਾਏ। ਉਹ ਚਾਹੁੰਦੇ ਆ, ਇਸ ਕਰਕੇ ਫਿਰ ਉਹ ਨਿੰਦਾ ਕਰਦੇ। ਸ਼ਲੋਕ ਮਹਲਾ ਚੌਥਾ, ਚੌਥੀ ਪਾਤਸ਼ਾਹੀ ਦਾ ਸ਼ਲੋਕ ਹੈ। ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜਮਾਲਿਆ। ਇਹ ਤਪਾ ਨਾ ਹੋਵੇ ਵਾਲੀ ਗੱਲ ਕੀ ਮਤਲਬ? ਵੀ ਤਪਾ ਨਾ ਹੋਵੇ ਅੰਦਰੋਂ ਲੋਭੀ। ਕਹਿੰਦੇ ਤਪਾ ਨਾ ਹੋਵੇ ਅੰਦਰੋਂ ਲੋਭੀ। ਕਹਿੰਦੇ ਭਾਈ ਉਹ ਤਪਾ ਨਹੀਂ ਹੈਗਾ, ਜਿਹਦੇ ਅੰਦਰ ਲੋਭ ਹੈਗਾ ਉਹਨੂੰ ਤਪਾ ਨਹੀਂ ਕਹਿ ਸਕਦੇ ਭਾਈ, ਉਹਨੂੰ ਤਪਸਵੀ ਨਹੀਂ ਕਹਿ ਸਕਦੇ, ਉਹਨੂੰ ਭਗਤ ਨਹੀਂ ਕਹਿ ਸਕਦੇ, ਔਰ ਬੰਦਗੀ ਕਰਨ ਵਾਲਾ ਨਹੀਂ ਕਹਿ ਸਕਦੇ ਭਾਈ। ਜੇ ਲੋਭ ਆ ਉਹਦੇ ਅੰਦਰ, ਉਹ ਤਪਾ ਨਹੀਂ ਹੈਗਾ। ਫਿਰ ਕੀ ਹੈਗਾ ਭਾਈ? ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜਮਾਲਿਆ। ਉਹ ਤਾਂ ਉਹਦੇ ਅੰਦਰ ਤਾਂ ਪਦਾਰਥ ਹੈਗੇ, ਮਾਇਆ ਹੈਗੀ, ਆਕਾਰ ਹੈ ਸੰਸਾਰ ਦੇ ਸਵਾਦ, ਭੋਗ ਵਿਲਾਸ। ਕਹਿੰਦੇ ਉਹ ਤਾਂ ਜਜਮਾਲਿਆ, ਉਹ ਤਾਂ ਮਾੜੇ ਕੰਮਾਂ ਵਾਲਾ ਬੰਦਾ ਹੈ ਭਾਈ। ਉਹਦੇ ਅੰਦਰ ਤਾਂ ਜਿਹੜੀ ਹੈਗੀ ਝੂਠ ਚਾਹੁੰਦਾ ਹੈ। ਉਹ ਜਿਹੜਾ ਹੈਗਾ ਦੁਨੀਆ ਦੇ ਰਸ ਚਾਹੁੰਦਾ ਆ। ਉਹ ਤਪਾ ਨਹੀਂ ਹੈ, ਲੋਭੀ ਹੈਗਾ। ਬਾਹਰੋਂ ਦਿਖ ਰਿਹਾ ਤਪਾ ਦਿਖ ਰਿਹਾ ਆ। ਉਹਨੇ ਸਾਰੇ ਡਰੈਸ ਕੋਡ ਪੂਰਾ ਆ, ਉਹਦਾ ਸਾਰਾ ਕੁਛ ਹੈਗਾ। ਦੁਨੀਆ ਨੂੰ ਭਰਮਾ ਸਕਦਾ ਹੈ, ਉਹ ਲੋਕਾਂ ਨੂੰ ਭਰਮਾ ਸਕਦਾ ਹੈ, ਪਰ ਉਹ ਤਪਾ ਨਹੀਂ ਹੈਗਾ। ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੇ ਜਜ ਮਾਲਿਆ। ਅੱਗੋਂ ਦੇ ਸੱਦਿਆਂ ਸੱਤੇ ਦੀ ਭਿਖਿਆ ਲੈ ਨਾਹੀਂ, ਪਿੱਛੋਂ ਦੇ ਪਛਤਾਏ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ। ਕਿਤੇ ਜਿਹੜਾ ਹੈਗਾ ਕੋਈ ਦਾਨ, ਸੱਤ ਦਾ ਦਾਨ ਜਿਹੜਾ ਹੈਗਾ, ਕੋਈ ਦਾਨ ਦੇ ਰਿਹਾ, ਦਾਨ ਕਰ ਰਿਹਾ, ਥੋੜ੍ਹਾ ਜਿਹਾ ਦੇਖ ਕੇ ਤੇ ਕਹਿੰਦੇ ਮੈਂ ਤਾਂ ਮਾਇਆ ਤੋਂ ਬਿਰਕਤਿਆ ਪਾਈ। ਤਾਂ ਸਾਡੇ ਮਹਾਂਪੁਰਖ ਮਾਇਆ ਤੋਂ ਬਿਰਕਤਿਆ, ਮਾਇਆ ਲੈਂਦੇ ਨਹੀਂ। ਫਿਰ ਦੇਖਿਆ ਵੀ ਉੱਥੇ ਤਾਂ ਜਿਹੜਾ ਹੈਗਾ ਕਾਫੀ ਜ਼ਿਆਦਾ ਜਿਹੜੀ ਹੈਗੀ ਆ ਉਹ ਕਾਫੀ ਕੁਛ ਦੇ ਰਹੇ ਆ। ਗੋਰਖੀ ਜੀ ਆ ਗਏ। ਗੋਰਖੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਨਿੱਜਰ ਸਾਹਿਬ ਉਹਨਾਂ ਫਤਿਹ ਬੁਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਠੀਕ ਹੈ, ਮੈਂ ਲੇਟ ਹੋ ਗਿਆ। ਹਾਂਜੀ ਨਿੱਜਰ ਸਾਹਿਬ। ਇਹ ਨਾ ਨਿਰਮਲ ਸਿੰਘ ਜੀ ਕੁਝ ਕਹਿਣਾ ਚਾਹੁੰਦੇ ਹੋ? ਨਿਰਮਲ ਸਿੰਘ ਜੀ, ਨਿਰਮਲ ਕੋਈ ਤੁਹਾਡਾ ਮਾਈਕ ਆਪਣਾ ਪੰਜਾ ਬਣ ਰਿਹਾ। ਚਲੋ ਇਹਦੇ ਵਿੱਚ ਗੋਰਖੀ ਸਾਹਿਬ ਅਸੀਂ ਨਾ ਜਿਹੜੇ ਹੈਗੇ ਮੇਰੇ ਖਿਆਲ ਜਿਹੜੀ ਹੈਗੀ 30ਵੀਂ ਜਿਹੜੀ ਹੈਗੀ ਪੌੜੀ ਲੈ ਰਹੇ ਹਾਂ। 315 ਅਤੇ 316, 315 ਦੇ ਥੱਲੇ ਸ਼ਲੋਕ ਹੈ ਚੌਥੀ ਪਾਤਸ਼ਾਹੀ ਦਾ। ਇਹਦੇ ਵਿੱਚ ਜਿਹੜੇ ਹੈਗੇ ਮਹਾਰਾਜ ਸਾਨੂੰ ਦੱਸ ਰਹੇ ਆ ਕਈ ਭਾਈ
ਜਿਹੜੇ ਬ੍ਰਹਮ ਗਿਆਨੀ ਹੁੰਦੇ ਆ, ਜਿਹੜੇ ਸਤਿਗੁਰੂ ਹੁੰਦੇ ਆ, ਜਿਹੜੇ ਗੁਰੂ ਹੁੰਦੇ ਆ, ਕਹਿੰਦੇ ਉਹਨਾਂ ਦੇ ਕੰਪੀਟੀਟਰਸ ਵੀ ਹੋ ਜਾਂਦੇ ਆ ਦੁਨੀਆ ਦੇ ਵਿੱਚ। ਉਹ ਚਾਹੁੰਦੇ ਆ ਕਿ ਉਹ ਜਿੰਨੀ ਲੋਕੀ ਉਹਨਾਂ ਦੀ, ਜਿੰਨੀ ਉਹਨਾਂ ਨੂੰ ਜਿਹੜੀ ਹੈਗੀ ਆ ਲੋਕੀ ਉਹਨਾਂ ਦੀ ਜਿਹੜੀ ਹੈਗੀ ਉਹਨਾਂ ਦੀ ਉਪਮਾ ਹੁੰਦੀ, ਜਿੰਨੀ ਉਹਨਾਂ ਨੂੰ ਵਡਿਆਈ ਮਿਲਦੀ ਆ, ਕਹਿੰਦੇ ਸਾਨੂੰ ਵੀ ਮਿਲੇ। ਉਹਨਾਂ ਦੇ ਅੰਦਰ ਜਿਹੜੀ ਹੈਗੀ ਦੇਖਦੇ ਆ, ਸੰਗਤ ਆਉਂਦੀ ਆ, ਸੰਗਤ ਆ ਕੇ ਜਿਹੜੀ ਹੈਗੀ ਕਈ ਚੜਾਵੇ ਆਉਂਦੇ, ਕਿਸ ਤਰ੍ਹਾਂ ਆਉਂਦੇ ਆ, ਔਰ ਉਹ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ ਉਹ ਦੇਖਦੇ ਵੀ ਨਹੀਂ, ਉਹ ਸੰਗਤ ਦੇ ਲੇਖੇ ਹੀ ਲਾ ਦਿੰਦੇ। ਕਹਿੰਦੇ ਇਸ ਤਰ੍ਹਾਂ ਜਿਹੜੇ ਹੈਗੇ ਆ, ਜਿਹੜੇ ਕੰਪੀਟੀਟਰਸ ਹੁੰਦੇ ਆ, ਜਿਹੜੇ ਦੇਖਦੇ ਆ, ਜਿਵੇਂ ਉਹਨਾਂ ਨੂੰ ਫਿਰ ਜਿਹੜੀ ਹੈਗੀ ਉਹਨਾਂ ਦੇ ਅੰਦਰ ਜਿਹੜੀ ਹੈਗੀ ਆ ਉਹ ਉਹਨਾਂ ਦੇ ਪ੍ਰਤੀ ਜਿਹੜੀ ਹੈਗੀ ਆ ਉਹਨਾਂ ਦੀ ਚੜ੍ਹਾਈ ਦੇਖ ਕੇ ਵੀ ਸਾਨੂੰ ਕਿਉਂ ਨਹੀਂ ਇਸ ਤਰ੍ਹਾਂ ਹੋ ਰਿਹਾ, ਸਾਡੀ ਅਵਸਥਾ ਕਿਉਂ ਨਹੀਂ, ਸਾਨੂੰ ਕਿਉਂ ਨਹੀਂ ਲੋਕੀ ਪੂਜਦੇ, ਅਤੇ ਉਹਨਾਂ ਨੂੰ ਜੇਲਸੀ ਹੋ ਜਾਂਦੀ ਹੈ। ਫਿਰ ਉਹਨਾਂ ਦੀ ਨਿੰਦਾ ਸ਼ੁਰੂ ਕਰ ਦਿੰਦੇ ਆ। ਉਹਨਾਂ ਦੇ ਬਾਰੇ ਮਹਾਰਾਜ ਗਿਆਨ ਦੇ ਰਹੇ। ਸ਼ਲੋਕ ਮਹਲਾ ਚੌਥਾ, ਤਪਾ ਨਾ ਹੋਵੇ ਅੰਦਰੋਂ ਲੋਭੀ। ਕਹਿੰਦੇ ਉਹ ਤਪਾ ਨਹੀਂ ਹੈ ਪਿਆਰਿਓ, ਨਹੀਂ ਹੈਗਾ ਤਪਾ। ਧੋਖਾ ਨਾ ਖਾਇਓ ਕਿਤੇ ਉਸ ਦੇ ਕੋਲੋਂ। ਐਸੇ ਜਿਹੜੇ ਸੋ ਕਾਲਡ ਮਹਾਂਪੁਰਖ ਹੈਗੇ, ਇਹਨਾਂ ਤੋਂ ਧੋਖਾ ਨਾ ਖਾ ਜਿਓ। ਉਹ ਹੈ ਨਹੀਂ ਬ੍ਰਹਮ ਗਿਆਨੀ, ਉਹ ਨਹੀਂ ਹੈ ਮਹਾਂਪੁਰਖ, ਉਹ ਨਹੀਂ ਹੈ ਤਪਸਵੀ, ਉਹ ਲੋਭੀ ਹੈਗੇ ਭਾਈ। ਉਹ ਤਪਾ ਨਾ ਹੋਵੇ, ਉਹ ਤਪਾ ਨਹੀਂ ਹੈਗੇ। ਅੰਦਰੋਂ ਲੋਭੀ, ਉਹ ਤਾਂ ਲੋਭੀ ਅੰਦਰੋਂ, ਬਾਹਰੋਂ ਦਿਖ ਰਹੇ ਆ, ਬਾਹਰੋਂ ਸਾਰਾ ਕੁਝ ਸਹੀ ਹੈ ਉਹਨਾਂ ਦਾ, ਬਾਹਰੋਂ ਬਿਲਕੁਲ ਲੱਗ ਰਿਹਾ ਸੰਤ ਮਹਾਤਮਾ। ਨਿਤ ਮਾਇਆ ਨੂੰ ਫਿਰੇ ਜਜ ਮਾਲਿਆ। ਉਹਨਾਂ ਦੀ ਤਾਂ ਡਿਮਾਂਡ ਹੀ ਹੋ ਰਿਹਾ। ਉਹ ਤਾਂ ਚਾਹੁੰਦੇ ਆ ਮਾਇਆ, ਦੁਨੀਆ ਦੇ ਸਵਾਦ। ਮਾਇਆ ਕੀ ਹੈ? ਜੋ ਮਾਲਕ ਨੇ ਖਿਲਾਰਿਆ ਚੋਗਾ, ਉਹ ਤਾਂ ਚੋਗੇ ਦੇ ਇੰਟਰਸਟਿਡ ਹੈ, ਚੋਗੇ ਤੇ ਨਿਤ ਹਰ ਰੋਜ਼ ਉਹ ਫਿਰਦੇ ਉਸ ਵਾਸਤੇ। ਜਜ ਮਾਲੇ ਉਹਨਾਂ ਦੇ ਐਕਸ਼ਨ, ਅੰਦਰਲੇ ਐਕਸ਼ਨ ਉਹ ਤਾਂ ਮਾੜੇ ਹੈ, ਝੂਠ ਦੇ ਨਾਲ, ਆਕਾਰ ਦੇ ਨਾਲ ਜੁੜੇ ਹੋਏ ਆ। ਅੱਗੋਂ ਦੇ ਸੱਦਿਆਂ ਸਤੈ ਦੀ ਭਿੱਖਿਆ ਲੈ ਨਾਹੀਂ, ਪਿੱਛੋਂ ਦੇ ਪਛਤਾਏ ਕੇ ਆਣ ਤਪੈ ਪੁੱਤ ਵਿੱਚ ਬਹਾਲਿਆ। ਦੇਖਿਆ ਕਿਤੇ ਜਿਹੜਾ ਹੈਗਾ ਸੱਤ ਦਾ, ਕਿਸੇ ਨੇ ਸੱਤ ਦਾ ਦਾਨ, ਕੋਈ ਦਾਨ ਦੇ ਰਿਹਾ, ਦਾਨ ਕਰ ਰਿਹਾ ਹੈ ਸਾਰਾ, ਉਹਨੇ ਥੋੜ੍ਹਾ ਬਹੁਤ ਦਾਨ ਹੋਏ ਅਤੇ ਉੱਥੇ ਤਾਂ ਕਹਿੰਦੇ ਬਈ ਇਹ ਤਾਂ ਮਹਾਂਪੁਰਖ, ਇਹ ਤਾਂ ਜਿਹੜੇ ਹੈਗੇ ਇਹ ਨਹੀਂ ਜਿਹੜੇ ਹੈਗੇ ਇਹਨਾਂ ਨੂੰ ਪਦਾਰਥਾਂ ਨੂੰ ਜਾਂ ਇਹਨਾਂ ਨੂੰ ਲੈਂਦੇ। ਜਿੱਥੇ ਦੇਖਿਆ ਵੀ ਬਹੁਤ ਸਾਰਾ ਜਿਹੜਾ ਹੈਗਾ ਮਿਲ ਰਿਹਾ ਭਾਈ, ਉੱਥੇ ਫਿਰ ਜਿਹੜਾ ਹੈਗਾ ਉਹਨੇ ਤਪੇ ਨੇ ਕੀ ਕੀਤਾ, ਕਹਿੰਦੇ ਚੱਲ ਪੁੱਤਰ ਤੂੰ ਜਾ ਕੇ ਲਾਈਨ 'ਚ ਲੱਗ ਜਾ। ਆਪ ਤਾਂ ਗਿਆ ਨਹੀਂ, ਉੱਥੇ ਸਾਰਿਆਂ ਨੂੰ ਜਿਹੜੇ ਹੈਗੇ ਉਹ ਗੁਰਮੁਖਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਉਹਨਾਂ ਨੇ ਬੁਲਾਇਆ ਕਿ ਇਹ ਆਪ ਤਾਂ ਗਿਆ ਨਹੀਂ, ਜਾ ਕੇ ਆਪਣੇ ਪੁੱਤ ਨੂੰ ਕਹਿੰਦਾ ਤੂੰ ਜਾ ਕੇ ਬਹਿ ਜਾ ਵਿੱਚ। ਪਛਤਾਏ ਕੇ ਅੱਗੋਂ ਦੇ ਸੱਦਿਆਂ ਸਤਿ ਦੀ ਭਿੱਖਿਆ ਲਏ ਨਹੀਂ। ਅੱਗੋਂ ਦੇ ਉਹਨੂੰ ਬੁਲਾਵਾ ਦਿੱਤਾ ਸੀ, ਉਹਨੂੰ ਵੀ ਬੁਲਾਇਆ ਸੀ, ਕਹਿੰਦਾ ਨਹੀਂ, ਅਤੇ ਪਿੱਛੋਂ ਦੇ ਪਛਤਾਏ ਕੇ ਆਣ ਤਪੈ ਪੁੱਤ ਵਿੱਚ ਬਹਾਲਿਆ। ਆਪਣੇ ਪੁੱਤ ਨੂੰ ਵਿੱਚ ਬਿਠਾਤਾ। ਪੰਚ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲਹਿਰ ਹੈ ਗਾਲਿਆ। ਕਹਿੰਦੇ ਪੰਜ ਲੋਕ, ਸਮਝਦਾਰ ਲੋਕੀ ਸਮਝ ਗਏ ਭਾਈ ਇਹ ਤਪਾ ਨਹੀਂ ਹੈਗਾ, ਇਹ ਤਾਂ ਲਾਲਚ ਦੀ ਲਹਿਰ ਦੇ ਵਿੱਚ ਗਲਿਆ ਪਿਆ ਹੈ, ਲਾਲਚ ਦੇ ਵਿੱਚ। ਜਿੱਥੇ ਥੋੜ੍ਹਾ ਧਨ ਵੇਖੇ ਤਿੱਥੇ ਤਪਾ ਭਿੱਟੇ ਨਹੀਂ, ਧਨ ਬਹੁਤੇ ਡਿੱਠੇ ਤਪੈ ਧਰਮ ਹਾਰਿਆ। ਥੋੜ੍ਹਾ ਬਹੁਤ ਦੇਖ ਕੇ ਜਿਹੜਾ ਹੈਗਾ ਉੱਥੇ ਤਾਂ ਜਿਹੜਾ ਹੈਗਾ ਆਪਣੇ ਆਪ ਨੂੰ ਕਹਿੰਦਾ ਮੈਂ ਤਾਂ ਬਈ ਇਹ ਤਾਂ ਲੈਂਦੇ ਨਹੀਂ ਮਹਾਂਪੁਰਖ ਆ ਜੀ, ਇਹ ਧਨ ਦੌਲਤ ਮਾਇਆ ਤੋਂ ਪਰੇ ਹੈਗੇ। ਅਤੇ ਜਿੱਥੇ ਜ਼ਿਆਦਾ ਧਨ ਆ ਉੱਥੇ ਜਿਹੜਾ ਹੈਗਾ ਆਪਣਾ ਇਹ ਧਰਮ ਹਾਰ ਦਿੱਤਾ। ਭਾਈ ਇਹ ਤਪਾ ਨਾ ਹੋਵੀ ਬਗਲਾ ਹੈ, ਵਹਿ ਸੰਤ ਜਨਾ ਵਿਚਾਰਿਆ। ਕਹਿੰਦੇ ਭਾਈ ਦੇਖਿਓ ਬਚ ਕੇ ਰਿਓ, ਇਹ ਤਪੇ ਨਹੀਂ ਹੈਗੇ, ਇਹ ਬਗਲੇ ਹੈਗੇ, ਬਗਲੇ। ਇਹ ਦਿਖਣ ਨੂੰ ਜ਼ਰੂਰ ਚਿੱਟੇ ਹੈਗੇ ਆ ਪਰ ਹੰਸ ਨਹੀਂ ਹੈਗੇ। ਭਾਈ ਇਹ ਤਪਾ ਨਾ ਹੋਵੀ ਬਗਲਾ ਹੈ, ਵਹਿ ਸੰਤ ਜਨਾ ਵਿਚਾਰਿਆ। ਸੰਤਾਂ ਨੇ ਵਿਚਾਰ ਕਰਕੇ ਆ ਨਿਸ਼ਕਰਸ਼ ਕੱਢ ਲਿਆ। ਕੋਈ ਉਹਨਾਂ ਦੇ ਮਗਰ ਨਹੀਂ ਜਾਣਗੇ ਹੁਣ। ਉਹ ਸਤਪੁਰਖ ਕੀ ਤਪਾ ਨਿੰਦਾ ਕਰੇ, ਸੰਸਾਰੇ ਕੀ ਉਸਤਤ ਵਿੱਚ ਹੋਵੇ, ਏਤ ਦੁੱਖ ਹੈ ਤਪਾ ਦਈ ਮਾਰਿਆ। ਹੁਣ ਸਤਪੁਰਖ ਜਿਹੜੇ ਹੈਗੇ ਬ੍ਰਹਮ ਗਿਆਨੀ ਜਿਹੜੇ ਹੁੰਦੇ ਆ ਉਹਨਾਂ ਦੀ ਨਿੰਦਾ ਕਰਦਾ ਔਰ ਸੰਸਾਰ ਦੀ ਉਸਤਤ ਕਰੇਗਾ। ਜਿਹੜੇ ਕੋਲ ਮਾਇਆ ਆ, ਧਨ ਦੌਲਤ ਹੈਗੀ, ਉਹਨਾਂ ਦੀ ਵਡਿਆਈ ਕਰੇਗਾ ਜਿੱਥੋਂ ਉਹਨੂੰ ਮਿਲਣਾ ਹੈ। ਏਤ ਦੁੱਖ ਹੈ ਤਪਾ ਦਈ ਮਾਰਿਆ। ਉਹਦਾ ਕਸੂਰ ਹੈਗਾ ਭਾਈ। ਪਰਮਾਤਮਾ ਜਿਹੜਾ ਹੈਗਾ ਉਹਨੂੰ ਆਤਮਿਕ ਮੌਤ ਮਾਰ ਦਿੰਦਾ ਹੈ।
ਇਹ ਜਿਹੜਾ ਹੈਗਾ ਅੰਦਰਲੀ ਗੱਲ ਜਿਹੜੀ ਹੈਗੀ ਬਾਹਰ ਆ ਜਾਂਦੀ ਹੈ। महापुरखा की निंदा का वेख जे तपे नू फल लगा सब गया तपे का कालिया। और ਉਹਨੇ ਜਿਹੜੀ ਮਹਾਂਪੁਰਖਾਂ ਦੀ ਨਿੰਦਾ ਕੀਤੀ ਆ ਉਹਦਾ ਫਲ ਜੋ ਉਹਦੇ ਕੋਲ ਰਹਿੰਦਾ ਖੁੰਦਾ ਜਿਹੜਾ ਹੈਗਾ ਤਪ ਸੀਗਾ ਉਹਦੀ ਘਾਲਣਾ ਸੀਗੀ ਉਹ ਵੀ ਗਲ ਗਈ। ਚੰਗੇ ਗੁਣ ਜਿਹੜੇ ਸੀਗੇ ਉਹ ਵੀ ਖਤਮ ਹੋ ਗਏ। ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਏ ਅੰਦਰ ਬਹਿ ਤਪਾ ਪਾਪ ਕਮਾਏ। ਦੇਖੋ ਬਾਹਰੋਂ ਕਹਿੰਦਾ ਹੈ ਪੰਜਾਂ ਦੇ ਵਿੱਚ ਸੰਗਤ ਦੇ ਵਿੱਚ ਲੋਕਾਂ ਦੇ ਵਿੱਚ ਬਈ ਤਪਸਵੀ ਅਖਵਾਉਂਦਾ ਹੈ, ਆਪਣੇ ਆਪ ਨੂੰ ਕਹਿੰਦਾ ਹੈ ਬ੍ਰਹਮ ਗਿਆਨੀ। ਗੁਰਮੁਖ ਅੰਦਰ ਬਹਿ ਤਪਾ ਪਾਪ ਕਮਾਏ ਔਰ ਅੰਦਰਲੇ ਖਾਤੇ ਜਿਹੜਾ ਹੈਗਾ ਫੁੱਲ ਬਟਾ ਫੁੱਲ ਪਾਪ ਕਰਦਾ ਹੈ। ਜਦ ਕੋਈ ਦੇਖਦਾ ਨਹੀਂ ਹੈ ਅੰਦਰਲੇ ਖਾਤੇ ਸਾਰੇ ਦੇ ਸਾਰੇ ਦੁਨੀਆ ਦੇ ਭੋਗ ਪੂਰੇ ਭੋਗ ਵਿਲਾਸਾਂ ਦੇ ਵਿੱਚ ਮਗਨ ਹੁੰਦਾ ਹੈ। ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵੇਖਾ ਲਿਆ। ਮਾਲਕ ਜਿਹੜਾ ਹੈਗਾ ਇੱਕ ਲਿਮਿਟ ਤੱਕ ਹੀ ਅਗਲੇ ਦੇ ਅਵਗੁਣ ਢੱਕਦਾ ਹੈ। ਜਿੱਥੇ ਲਿਮਿਟ ਕ੍ਰਾਸ ਹੋ ਜਾਏ ਉਹ ਸਾਰਾ ਦਾ ਸਾਰਾ ਚਿੱਠਾ ਜਿਹੜਾ ਹੈਗਾ ਸੰਸਾਰ ਦੇ ਵਿੱਚ ਖੋਲ੍ਹ ਦਿੰਦਾ ਹੈ। ਜਿੱਥੇ ਲਿਮਿਟ ਕ੍ਰਾਸ ਹੋ ਗਈ ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵੇਖਾ ਲਿਆ। ਉੱਗਾ ਕਰਕੇ ਦਿਖਾ ਦਿੱਤਾ। ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ ਇਸ ਤਪੇ ਨੂੰ ਤਿੱਥੇ ਖੜ ਪਾਇਓ ਜਿੱਥੇ ਮਹਾ ਹਤਿਆਰਿਆ। ਧਰਮ ਰਾਏ ਦੇਖੋ ਧਰਮ ਰਾਏ ਅਲੱਗ ਹੋ ਗਿਆ, ਉਹਦੇ ਜਮ ਕੰਕਰ ਅਲੱਗ ਹੋ ਗਏ। ਜਮਦੂਤ ਜਿਹੜੇ ਲੈ ਕੇ ਜਾਂਦੇ ਆ, ਜਿਹੜੇ ਜੂਨਾਂ 'ਚ ਪਾਉਂਦੇ ਆ, ਆਤਮਾ ਨੂੰ ਵੀ ਲੈ ਕੇ ਜਾਣਾ ਪੈਂਦਾ ਹੈ, ਪਰ ਆਪਣੇ ਆਪ ਥੋੜ੍ਹਾ ਨਾ ਤੁਰ ਕੇ ਚਲੇ ਜਾਏਗੀ। ਧਰਮ ਰਾਏ ਜਮ ਕੰਕਰਾਂ ਜੀਓ ਨੂੰ ਲੈ ਕੇ ਜਾਣਾ ਪੈਂਦਾ ਹੈ। ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ। ਕੀ ਉਹਨਾਂ ਨੂੰ ਇੰਸਟਰਕਸ਼ਨ ਦਿੱਤੀ ਹੋਈ ਹੈ ਧਰਮ ਰਾਏ ਨੇ ਜਮਦੂਤਾਂ ਨੂੰ ਕਿ ਇਸ ਤਪੇ ਨੂੰ ਉੱਥੇ ਲੈ ਕੇ ਜਾਓ ਜਿੱਥੇ ਬਹੁਤ ਜਿਹੜੇ ਬਹੁਤ ਜ਼ਿਆਦਾ ਜਿਹੜੇ ਹੈਗੇ ਮਹਾਪਾਪੀ ਹੈਗੇ, ਮਹਾ ਹੱਤਿਆਰਿਆ, ਕਿੰਨੀਆਂ ਹੱਤਿਆ ਕੀਤੀਆਂ ਉਹਨਾਂ ਨੇ, ਉਹਨਾਂ ਦੇ ਨਾਲ ਇਹਨੂੰ ਉਹਨਾਂ ਜੂਨਾਂ 'ਚ ਪਾਓ, ਉਹਨਾਂ ਦੇ ਨਾਲ ਰੱਖੋ। ਫਿਰ ਇਸ ਤਪੇ ਨੂੰ ਇਸ ਤਪੈ ਦੇ ਮੂੰਹ ਕੋਈ ਲਗੋ ਨਾਹੀਂ ਇਹ ਸਤਿਗੁਰੂ ਹੈ ਫਿਟਕਾਰਿਆ। ਔਰ ਸੰਗਤ ਕੀ ਕਹਿੰਦੀ ਆ? ਸੰਗਤ ਜਿਹੜੀ ਹੈਗੀ ਆ ਉਹ ਬਈ ਇਹ ਤਪਾ ਜਿਹੜਾ ਹੈਗਾ ਇਹਦੇ ਮੂੰਹ ਨਹੀਂ ਕੋਈ ਲੱਗੋ, ਇਹਦੀ ਸੰਗਤ ਕੋਈ ਨਾ ਕਰੋ, ਕਿਉਂਕਿ ਇਹਨੇ ਬ੍ਰਹਮ ਗਿਆਨੀਆਂ ਦੀ ਨਿੰਦਾ ਕੀਤੀ ਹੋਈ ਹੈ, ਬ੍ਰਹਮ ਗਿਆਨੀਆਂ ਦਾ ਫਿਟਕਾਰਿਆ ਹੋਇਆ ਹੈ, ਸੰਗਤ ਦਾ ਫਿਟਕਾਰਿਆ ਹੋਇਆ ਹੈ। ਹਰ ਕੇ ਦਰ ਵਰਤਿਆ ਸੋ ਨਾਨਕੇ ਆਖ ਸੁਣਾਇਆ। ਚੌਥੀ ਪਾਤਸ਼ਾਹੀ ਕਹਿ ਰਹੀ ਹੈ ਭਾਈ ਨਾਨਕ ਨੇ ਕੱਕੇ ਦੀ ਸਿਹਾਰੀ ਆ, ਬਹੁਤ ਕੰਮ ਆ, ਸਿਹਾਰੀ ਬਹੁਤ ਕੰਮ ਹੁੰਦੀ ਹੈ। ਮੁਕਤਾ ਹੁੰਦਾ ਨਾਨਕ ਜਾਂ ਔਂਕੜ ਲੱਗੀ ਹੋਏਗੀ ਜਾਂ ਕੰਨਾ ਲੱਗਿਆ ਹੋਏਗਾ। ਹਰ ਕੇ ਦਰ ਪਰਮਾਤਮਾ ਦੇ ਦਰ ਦੇ ਵਿੱਚ ਜੋ ਵਰਤਦਾ ਆ ਉਹਦਾ ਕਾਨੂੰਨ ਮਾਲਕ ਦਾ ਇਸ ਸੰਸਾਰ ਦੇ ਵਿੱਚ ਤੋਂ ਬਾਅਦ ਕਹਿੰਦੇ ਉਹ ਮੈਂ ਆਖ ਕੇ ਸਮਝਾ ਕੇ ਦੱਸ ਦਿੱਤਾ। ਇਸ ਕਰਕੇ ਆਹ ਚੀਜ਼ ਤੋਂ ਡੁਐਲਿਟੀ ਤੋਂ ਇਹ ਜਿਹੜਾ ਹੈ ਇਸ ਤੋਂ ਬਚ ਕੇ ਰਹੀਏ, ਨਿੰਦਾ ਤੋਂ ਬਚ ਕੇ ਰਹੀਏ। ਸੋ ਬੂਝੈ ਜੋ ਦਈ ਸਵਾਰਿਆ। ਇਸ ਗੱਲ ਨੂੰ ਉਹੀ ਬੁੱਝ ਸਕਦਾ ਆ ਜਿਸ ਨੂੰ ਉਸ ਮਾਲਕ ਪਰਮਾਤਮਾ ਨੇ ਗੁਰੂ ਦੇ ਦੁਆਰਾ, ਬ੍ਰਹਮ ਗਿਆਨੀਆਂ ਦੇ ਦੁਆਰਾ, ਬ੍ਰਹਮ ਗਿਆਨ ਦੇ ਦੁਆਰਾ ਜਿਹਨੂੰ ਉਚਾਈ ਬਖਸ਼ ਦਿੱਤੀ, ਜਿਹਨੂੰ ਸਵਾਰ ਦਿੱਤਾ, ਜਿਹਦਾ ਜੀਵਨ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਇਹ ਬਾਣੀ ਦੇ ਵਿੱਚ ਸਾਨੂੰ ਇਹ ਗੱਲ ਸਮਝਾਈ ਗਈ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਬਹਿ ਰੁਪਈਏ ਨੇ, ਡੁਪਲੀਕੇਟ ਲੋਕ, ਉਹ ਬੰਗਲੇ ਨੇ, ਪਰ ਉਹਨਾਂ ਦੀ ਜਿਹੜੀ ਯੂਨੀਫਾਰਮ ਦਾ ਕੋਡ ਆ ਉਹ ਹੰਸ ਵਰਗਾ ਹੈ। ਔਰ ਉਹ ਸਾਨੂੰ ਵਾਰਨ ਕਰਦੇ ਨੇ, ਉਦੋਂ ਵੀ ਹੈਗੇ ਤੇ ਹੁਣ ਵੀ ਹੈਗੇ ਜੀ। ਬਿਲਕੁਲ। ਔਰ ਉਹ they are very bad people। ਕਿਉਂ? ਉਹ ਤੁਹਾਡੇ ਬ੍ਰੇਨ ਨੂੰ ਵਾਸ਼ ਕਰਦੇ ਕਿਉਂਕਿ ਲੋੜ ਹੈ ਉਹਨਾਂ ਨੂੰ। ਇਸ ਕਰਕੇ ਬਾਣੀ ਕਹਿੰਦੀ ਅਕਲੀ ਸਾਹਿਬ ਸੇਵੀਏ ਅਕਲੀ ਕੀਜੀਏ ਦਾਨ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਧ ਵਿਸ਼ਵਾਸ ਵਾਸਤੇ ਕੋਈ ਜਗ੍ਹਾ ਨਹੀਂ ਹੈ ਤੇ ਨਾ ਹੀ ਕੋਈ ਏਦਾਂ ਦੀ ਲਾਈਨ ਲਿਖੀ ਆ ਜਿਹਦੇ ਬੇਸ ਤੇ ਅਸੀਂ ਅੰਧ ਵਿਸ਼ਵਾਸ ਕਰੀਏ। ਉਹ ਕਹਿੰਦੇ ਕਿ ਪਹਿਲਾਂ ਕਸਵੱਟੀ ਲਿਆਓ, ਅਕਲ ਵਿਚਾਰ ਕਰੋ। ਚਰਨਜੀਤ ਨਿੱਜਰ ਸਾਹਿਬ ਕੀ ਕਹਿ ਰਹੇ ਨੇ? ਜੇ ਇਹਨਾਂ ਦੀ ਜਿਹੜੀ ਗੱਲਬਾਤ ਆ ਉਹ
ਗੁਰਬਾਣੀ ਦੇ ਅਨੁਸਾਰ ਸਹੀ ਹੈ, ਸਟੇਟਮੈਂਟ ਬਿਲਕੁਲ ਓਕੇ ਆ, ਸਵੀਕਾਰ ਕਰ ਲਓ। ਜੇ ਇਹ ਕੁਝ ਏਦਾਂ ਦੀ ਚੀਜ਼ ਸੁਣਾ ਰਹੇ ਨੇ ਜਿਹਦੇ ਕਰਕੇ ਕੁਝ ਗੜਬੜ ਹੋ ਸਕਦੀ ਹੈ ਤੇ ਉਸ ਨੂੰ ਰਿਜੈਕਟ ਕਰੋ, ਜਿਹੜੀ ਗੁਰਬਾਣੀ ਦੇ ਨਾਲ ਢੁਕਦੀ ਨਹੀਂ ਆ। ਹਾਂ, ਜਿਹੜੀ ਮਤਲਬ ਉਹ ਕੁਛ ਏਦਾਂ ਦੀ ਚੀਜ਼ ਵਿੱਚ ਮਿਕਸ ਕਰ ਰਹੇ ਨੇ, ਉਹ ਬੈਡ ਚੀਜ਼ ਆ, ਉਹ ਚੰਗੀ ਨਹੀਂ ਆ, ਉਹਨੂੰ ਰਿਜੈਕਟ ਕਰੋ। ਠੀਕ ਹੈ ਜੀ। ਦੇਖੋ ਸਾਧ ਸੰਗਤ ਜੀ, ਇੱਥੇ ਪਤਾ ਕੀ ਹੈ, ਇਹ ਲੋਕ ਤੁਹਾਨੂੰ ਕਹਿੰਦੇ ਰਹਿਤ ਮਰਿਆਦਾ ਕਰੋ, ਮਤਲਬ ਇਹ ਨਹੀਂ ਕਹਿੰਦੇ ਕਿ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖੋ, ਇਹ ਕਹਿੰਦੇ ਕਿ ਹੱਥ 'ਚ ਨਾ ਇੱਕ ਵੇਖਿਆ ਨਾ ਅੰਨ੍ਹਿਆਂ ਬੰਦਿਆਂ ਕੋਲ ਡੰਡਾ ਜਿਹਾ ਨਹੀਂ ਹੁੰਦਾ, ਕੀ ਕਹਿੰਦੇ ਉਹਨੂੰ, ਡੰਗੋਰੀ, ਉਹਦੇ ਡੰਗੋਰੀ ਕਹਿੰਦੇ ਫੜ ਲਓ ਬਸ। ਉਹ ਅਸਲ 'ਚ ਤੁਹਾਡੇ ਨੇਤਰ ਦਾ ਇਲਾਜ ਨਹੀਂ ਕਰਨਾ ਚਾਹੁੰਦੇ, ਉਹ ਨਹੀਂ ਕਹਿੰਦੇ ਕਿ ਤੁਸੀਂ ਆਪਣੇ ਨੇਤਰ ਸਹੀ ਕਰ ਲਓ। ਦੇਖੋ ਬਾਣੀ ਕਹਿੰਦੀ ਆ ਕਿ ਤੈਨੂੰ ਕੋਈ ਕਹਿੰਦਾ ਸਵੇਰੇ ਉੱਠ ਕੇ ਪਾਠ ਕਰ, ਤੈਨੂੰ ਕੋਈ ਕਹਿੰਦਾ ਸਵੇਰੇ ਉੱਠ ਕੇ ਇਸ਼ਨਾਨ ਕਰ, ਇਹ ਸਭ ਡੰਗੋਰੀਆਂ ਨੇ। ਕਿਉਂਕਿ ਉਹ ਤੈਨੂੰ ਕਹਿ ਰਿਹਾ, ਤੂੰ ਫੋਲੋ ਕਰੀ ਜਾ ਰਿਹਾ, ਉਹਦੇ ਮਗਰ ਕਾਰਨ ਕੀ ਹੈ, ਤੂੰ ਉਹ ਚੀਜ਼ ਨੂੰ ਲੱਭਣਾ। ਕਹਿ ਅਨੁਸਾਰ ਕਿਸੇ ਨੇ ਕਹਿਤਾ ਜੀ ਦਾਨ ਕਰਨਾ ਸ਼ੁਰੂ ਕਰ ਦਿਓ, ਤੁਸੀਂ ਦਾਨ ਕਰਨਾ ਸ਼ੁਰੂ ਕਰ ਦਿਓ, ਇਹ ਥੋੜੀ ਕੋਈ ਤਰੀਕਾ ਹੈਗਾ। ਦਾਨ ਤੁਹਾਡੇ ਹੱਥਾਂ ਦੇ ਵਿੱਚੋਂ ਉਦੋਂ ਹੋਣਾ ਵਾ ਜਦੋਂ ਤੁਹਾਡੇ ਅੰਦਰ ਦੀ ਭੁੱਖ ਖਤਮ ਹੋਈ। ਉਹ ਜਿਹੜਾ ਆਪਾਂ ਦਾਨ ਕਰਦੇ ਹਾਂ, ਜਿਹੜਾ ਰੋਟੀ ਰਾਟੀ ਖਵਾਉਂਦੇ ਆ, ਜੋ ਵੀ ਕੰਮ ਕਰਦੇ ਆ ਧਾਰਮਿਕ ਕੰਮ, ਉਹਨਾਂ ਦੀਆਂ ਜੜ੍ਹਾਂ ਥੋੜੀ ਹੁੰਦੀਆਂ, ਉਹ ਤੇ ਕਿਸੇ ਨੇ ਕਹਿਤਾ ਤੇ ਆਪਾਂ ਕਰਨਾ ਸ਼ੁਰੂ ਕਰਤਾ। ਅਸਲ ਦੇ ਵਿੱਚ ਜਿਹੜੀ ਸਾਡੀ ਅੰਦਰ ਦੀ ਅਵਸਥਾ ਹੈ ਨਾ, ਤੁਹਾਡੀ ਮਾਨਸਿਕ ਅਵਸਥਾ ਦਾ ਵਿੱਚ ਇਨਵੋਲਵ ਹੋਣਾ, ਵਿੱਚ ਸ਼ਾਮਿਲ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜਦ ਤੱਕ ਮੇਰਾ ਅੰਤਰਾਕਰਨ ਨਹੀਂ ਕਹਿੰਦਾ ਨਜ਼ਰ ਸਾਹਿਬ ਕੁਛ ਕੰਮ ਕਰਨ ਨੂੰ, ਉਹਨਾਂ ਚ ਗੱਲ ਬਣੇਗੀ ਨਹੀਂ। ਤੁਸੀਂ ਮੈਨੂੰ ਕਹਿਤਾ ਤੇ ਮੈਂ ਕਰਤਾ, ਉਹ ਮੇਰੇ ਅੰਦਰੋਂ ਚੀਜ਼ ਥੋੜੀ ਪੈਦਾ ਹੋਈ ਨਾ। ਇਹ ਲੋਕ ਵੀ ਕੀ ਕਰਦੇ ਆ, ਇਹ ਤੁਹਾਨੂੰ ਥੋੜੀਆਂ ਬਹੁਤੀਆਂ ਕੋਈ ਗੱਲਾਂ ਉਹਨਾਂ ਦੀ ਹੁੰਦੀਆਂ ਨੇ, ਉਹ ਤੁਹਾਨੂੰ ਦੇ ਦਿੰਦੇ ਨੇ, ਕਿਉਂਕਿ ਗ੍ਰੰਥਾਂ 'ਚ ਲਿਖੀਆਂ ਨੇ, ਸੱਚ ਬੋਲੋ ਜੀ, ਝੂਠ ਨਾ ਬੋਲੋ, ਇੰਝ ਕਰ ਲਓ। ਬੰਦਾ ਪੁੱਛੇ ਏਦਾਂ ਬੋਲਿਆ ਸੱਚ ਬੋਲਿਆ ਜਾਂਦਾ, ਅੰਦਰ ਸੱਚ ਕਿਹਦੀ ਚੁੱਪੇ ਚੁੱਪ ਨਾ ਹੋਵੇ, ਅੰਦਰ ਸੱਚ ਬਣ ਜਾਂਦਾ ਹੈ, ਅੰਦਰ ਸੱਚ ਧਾਰਿਆ ਜਾਂਦਾ ਹੈ, ਅੰਦਰਲਾ ਜਿਹੜਾ ਹੈਗਾ ਮਨ ਮੰਨ ਜਾਂਦਾ ਹੈ ਸੱਚ ਦੇ ਨਾਲ। ਹਾਂ, ਏਦਾਂ ਥੋੜੀ ਗੱਲਾਂ ਨਾਲ ਥੋੜੀ ਮੰਨਦਾ ਉਹ, ਕਿ ਕਹਿੰਦੇ ਕਿ ਤੂੰ ਬੋਲਣਾ ਸ਼ੁਰੂ ਕਰ ਦੇ ਸੱਚ, ਜੋ ਬਾਣੀ ਤੇ ਕਹਿੰਦੇ ਚੁੱਪੇ ਚੁੱਪ ਨਾ ਹੋਵੇ, ਤੂੰ ਚੁੱਪ ਕਰਕੇ ਬੈਠਾ, ਇਹਦੇ ਨਾਲ ਚੁੱਪ ਮਨ ਥੋੜੀ ਚੁੱਪ ਹੋ ਜਲਿਆ। ਨਾ ਬਿਲਕੁਲ ਨਹੀਂ। ਭੁੱਖਿਆ ਭੁੱਖ ਨਾ ਉਤਰੇ, ਉਹ ਕਹਿੰਦੇ ਤੂੰ ਭੁੱਖਾ ਰਹਿ ਕੇ ਵੇਖ ਲਾ, ਤੇਰੀ ਅੰਦਰ ਦੀ ਭੁੱਖ ਥੋੜੀ ਖਤਮ ਹੋ ਜਾਣੀ ਹੈ। ਨਾ ਬਿਲਕੁਲ ਨਹੀਂ ਹੈ। ਔਰ ਇਹ ਲੋਕ ਏਦਾਂ ਹੀ ਕਰੀ ਜਾਂਦੇ। ਹੁਣ ਵਰਤ ਰੱਖਣੇ, ਚਲੋ ਸਿਹਤ ਲਈ ਚੰਗਾ ਹੈ, ਤੁਸੀਂ ਵਰਤ ਰੱਖੋ, ਚਲੋ ਇਹਦੇ ਨਾਲ ਕਿ ਤੁਹਾਡਾ ਬੋਡੀ ਥੋੜੀ ਸੈੱਟ ਹੋ ਜਾਏ। ਬਾਕੀ ਜੇ ਸੋਚੋ ਤੁਸੀਂ ਭੁੱਖੇ ਰਹਿਣ ਦੇ ਨਾਲ ਤੁਹਾਡੀ ਅੰਦਰ ਦੀ ਭੁੱਖ ਖਤਮ ਹੋ ਜਾਏ, ਉਹ ਕਿੱਥੋਂ ਖਤਮ ਹੋਣੀ ਹੈ? ਨਹੀਂ। ਉਹਦੇ ਲਈ ਤੁਹਾਨੂੰ ਸੋਲਿਡ ਗਿਆਨ ਚਾਹੀਦਾ ਵਾ, ਉਹ ਗਿਆਨ ਤੁਹਾਡੀ ਆਤਮਾ ਦਾ ਹੈ। ਜਦ ਤੱਕ ਮਨ ਤੁਹਾਡਾ ਇਕਾਗਰ ਨਹੀਂ ਹੋ ਜਾਂਦਾ, ਉਹਨਾਂ ਚਿਰ ਤੱਕ ਤੁਹਾਡੀ ਭੁੱਖ ਜਿਹੜੀ ਆ ਖਤਮ ਨਹੀਂ ਹੋਣੀ ਨਾ। ਔਰ ਜਿੱਦਣ ਆਤਮਾ ਦੇ ਵਿੱਚ ਪ੍ਰਵੇਸ਼ ਕਰ ਗਿਆ ਮਨ, ਅਨਮਨੀ ਅਵਸਥਾ, ਸਮਝ ਲਓ ਕਿ ਉਦਾਂ ਸਾਰੇ ਕੰਮ ਪੂਰੇ ਹੋ ਗਏ। ਫਿਰ ਅੰਦਰੋਂ ਤੁਹਾਡੇ ਇਮਾਨਦਾਰੀ ਆਊਗੀ। ਇਹ ਜਿਹੜੇ ਬਾਹਰੋਂ ਆਪਾਂ ਕਰਦੇ ਪਏ ਨਾ, ਉਹ ਵੈਰੀ ਵੈਰੀ ਆਊਟਸਾਈਡ, ਉਹ ਅੰਦਰ ਹੈ ਨਹੀਂ ਆਪਣੇ, ਉਹਦੇ ਜੜ੍ਹਾਂ ਨਹੀਂ ਹੈਗੀਆਂ। ਜੜ੍ਹਾਂ ਨਹੀਂ ਹੈਗੀਆਂ ਮਤਲਬ ਫੁੱਲ ਤੁਸੀਂ ਬਾਜ਼ਾਰੋਂ ਲਿਆਂਦੇ, ਆਪਣੇ ਤੁਹਾਡੇ ਘਰ ਰੁੱਖ ਹੈਗਾ, ਤੁਸੀਂ ਉਹਨੂੰ ਲਾਤੇ ਆ, ਉਹ ਗੇਮ ਆ। ਹੁਣ ਮੇਰੇ ਕੋਲ ਨਹੀਂ ਹੈਗੇ, ਚਲੋ ਮੈਨੇਜਰ ਸਾਹਿਬ ਦੇ ਫੁੱਟ ਲਿਆ 2-4, ਮੈਂ ਆਪਣੇ ਘਰੇ ਡਾਣੀਆਂ ਡੂਣੀਆਂ ਲਾਤੀਆਂ, ਪਰ ਉਹ ਤੁਹਾਨੂੰ ਵੀ ਪਤਾ ਕਿ ਉਹ ਆਰਟੀਫਿਸ਼ਲ ਹੈਗੇ, ਉਹ ਤੇ ਅਸਲੀ ਤੇ ਉੱਗੇ ਨਹੀਂ ਪੌਦੇ 'ਚ। ਇੱਕ ਅੱਧੇ ਦਿਨ 'ਚ ਚਲੋ ਧੋਖਾ ਦੇ ਸਕਦਾ, ਲੋਕਾਂ ਨੂੰ ਵੀ ਭਰਮ ਪੈ ਜਾਣਾ, ਲੋਕਾਂ ਸੋਚਣਾ ਕੀ ਹੈ ਤੇ ਇਹ ਚਰਨਜੀਤ ਦੇ ਗਾਰਡਨ 'ਚ ਫੁੱਲ ਉੱਗੇ ਨੇ, ਪਰ ਉਹ ਐਕਚੁਅਲੀ ਉਹ 1-2 ਦਿਨ 'ਚ ਸੁੱਕ ਜਾਣੇ, ਉਹ ਬਿਲਕੁਲ ਸੁੱਕ ਜਾਣੇ। ਉਹ ਤੇ ਅਸਲ ਦੇ ਵਿੱਚ ਚਰਨਜੀਤ ਨੂੰ ਖੁਦ ਏਦਾਂ ਦਾ ਕੁਛ ਕਰਨਾ ਪਊਗਾ ਕਿ ਇਹਦੇ ਆਪਣੇ ਜਿਹੜਾ ਰੁੱਖ ਹੈਗਾ ਉਹਨੂੰ ਲੱਗਣ ਫੁੱਲ, ਉਹਨੂੰ ਫਲ ਲੱਗਣ। ਫਲ ਹੈਗੇ ਗੁਣਾ ਵਾਲੇ, ਇਹ ਗੁਣਿਆ ਫਲ, ਇਹ ਗੁਣੇ। ਲੋਕੀ ਏਦਾਂ ਕਰਦੇ ਨੇ, ਲੋਕੀ ਕਾਪੀ ਕਰ ਲੈਂਦੇ ਨੇ, ਜੈਸਾ ਨਕਲੀ ਬਣਾ ਲੈਂਦੇ, ਡੁਪਲੀਕੇਟ। ਕਿਸੇ ਤਰ੍ਹਾਂ ਬਾਬੇ ਕਈ ਡੁਪਲੀਕੇਟ ਵਾਧੂ ਘੁੰਮਣ ਦੇ ਵਿਚਾਰੇ, ਉਹ ਵੀ ਇਹ ਚੱਕਰ 'ਚ ਬੈਠੇ ਆ। ਹੁਣ ਤੁਸੀਂ ਵੇਖੋ ਇੱਥੇ ਆਪਣੇ ਦੇਸ਼ 'ਚ ਨਕਲੀ ਪੈਸਾ ਕਿੰਨਾ ਹੈਗਾ, ਆਪਣੇ ਦੇਸ਼ ਕੀ ਅਮਰੀਕਨ ਡਾਲਰ ਕਿੰਨਾ ਨਕਲੀ ਹੈਗਾ, ਕਰੰਸੀ ਵਾਧੂ ਨਕਲੀ ਚੱਲਦੀ, ਨਕਲੀ ਵੀ ਚੱਲਦੀ ਪਈ, ਕਿਉਂਕਿ ਅਸਲੀ ਹੈਗਾ ਤੇ ਨਕਲੀ ਚੱਲਣਾ ਮਾਇਆ ਦਾ ਕੰਮ ਹੀ ਉਹ। ਸੋ ਇੱਥੇ ਇਹ ਚੀਜ਼ ਨੂੰ ਸਮਝੋ, ਬਾਣੀ ਸਾਨੂੰ ਇਹ ਸਮਝਾ ਰਹੀ ਹੈ ਕਿ ਦੇਖੋ ਜੇ ਕੋਈ
ਤੁਹਾਨੂੰ ਏਦਾਂ ਦਾ ਨਕਲੀ ਬੰਦਾ ਮਿਲਦਾ ਹੈ ਨਾ ਤੇ ਉਹਦੇ ਪਿੱਛੇ ਆਪਣਾ ਸਮਾਂ ਨਾ ਬਰਬਾਦ ਕਰੋ, ਐਵੇਂ ਨਾ ਅੱਖਾਂ ਬੰਦ ਕਰਕੇ ਬੈਠੇ ਰਹੋ, ਕਿਉਂਕਿ ਉਹ ਬੰਦੇ ਦੀ ਬਿਰਤੀ ਵੇਖੋ। ਉਹ ਕਹਿੰਦੇ ਉਹ ਜਿਹੜੇ ਪੰਚ ਬੈਠੇ, ਪੰਚ ਤੇ ਇਹ ਕਹਿੰਦੇ ਆ ਕਿ ਇਹ ਬੰਦਾ ਤੇ ਠੱਗ ਹੈਗਾ, ਚੋਰ ਹੈਗਾ। ਬਿਲਕੁਲ। ਇੱਥੇ ਹੁਣ ਇੱਥੇ ਵੇਖੋ ਕਈਆਂ ਦੇ ਨਾਂ ਤੇ ਮੈਂ ਨਾਂ ਨਹੀਂ ਲਵਾਂਗਾ, ਵੇਖੋ ਕਿੰਨੀ ਉਹਨਾਂ ਦੇ ਕਰੋੜਾਂ ਰੁਪਈਆਂ ਦੀਆਂ ਪੈਲੀਆਂ ਉਹਨਾਂ ਦੇ ਨਾਂ ਤੇ। ਬਿਲਕੁਲ ਦੇਖੋ ਇਹ ਬਿਲਕੁਲ ਸੇਮ ਗੱਲ ਬਾਣੀ ਵੀ ਤਾਂ ਸੇਮ ਹੀ ਕਹਿ ਰਹੀ ਹੈ ਕਿ ਉਹ ਤਾਂ ਹੈ ਹੀ ਝੂਠ ਦੇ ਆਸ਼ਿਕ, ਉਹ ਤਾਂ ਮਾਇਆ ਦੇ ਆਸ਼ਿਕ ਹੈਗੇ, ਉਹ ਸੱਚ ਦੇ ਥੋੜੀ ਨਾ ਹੈਗੇ। ਉਹਨਾਂ ਨੂੰ ਤਾਂ ਚਾਹੀਦੀ ਹੈ ਮਾਇਆ, ਸਵਾਦ ਚਾਹੀਦੇ। ਹੁਣ ਇੱਥੇ ਵੇਖੋ ਪਿੰਡਾਂ ਦੇ ਵਿੱਚ ਕਈ ਆਪਣੇ ਲੋਕ ਵਿਚਾਰੇ ਅਨਪੜ੍ਹ ਲੋਕ ਜਦੋਂ ਇੱਥੇ ਜਾਂਦੇ ਬ੍ਰੇਨ ਵਾਸ਼ ਕਰ ਦਿੰਦੇ, ਉਹਨਾਂ ਦਾ ਬੱਚਾ ਬੁੱਚਾ ਕੋਈ ਨਹੀਂ ਹੁੰਦਾ। ਉਹ ਕਹਿੰਦੇ ਚੱਲ ਲਿਆ ਮਾਈ ਏਦਾਂ ਕਰਕੇ ਸਾਡੇ ਸਥਾਨ ਦੇ ਨਾਂ ਤੇ ਜਿਹੜੀ ਰਜਿਸਟਰੀ ਕਰਦੇ, ਲਿਆ ਜਿਹੜੀ 4-5 ਕਿੱਲੇ ਤੇਰੀ ਸਵਰਗ ਦੀ ਜਗ੍ਹਾ ਬੁੱਕ ਕਰ ਦਿੰਦੇ ਆ। ਉਹ ਮਾਈ ਵੀ ਚਾਈ ਉਹ ਕਰ ਦਿੰਦੀ ਹੈ। ਉਹ ਮਾਈ ਨੂੰ ਇਹ ਨਹੀਂ ਅਕਲ ਹੈਗੀ ਕਿ ਇਹ ਪ੍ਰਾਪਰਟੀ ਤੇ ਰੱਬ ਦਾ ਕੀ ਕਨੈਕਸ਼ਨ ਹੈ। ਇਹ ਤੇਰੀ ਪੈਲੀ, ਤੈਨੂੰ ਕਿੱਥੇ ਰੱਬ ਕੋਲ ਪਹੁੰਚ ਜਾਏਗੀ? ਤੇਰੇ ਕਰਮ ਕੀ ਆ? ਪੈਲੀ ਤੇ ਇੱਥੇ ਅਮੀਰ ਲੋਕ ਨੇ, ਉਹ ਤੇ ਵਾਧੂ ਦੇ ਦੇਣ, ਤੇਰੇ ਤੋਂ ਵੀ ਵੱਧ ਦੇ ਦੇਣ, ਇਹਨੂੰ ਤਿਆਰ ਨੇ। ਨਹੀਂ ਤਾਂ ਗੋਰਖੀ ਸਾਹਿਬ ਜੇ ਮਾਈ ਨਹੀਂ ਦਊਗੀ ਤੇ ਉਹਨਾਂ ਦੇ ਬੰਦੇ ਹੈਗੇ ਚੰਗੇ ਤਾਕਤਵਰ, ਉਹਨਾਂ ਨੇ ਬੰਦਿਆਂ ਨੇ ਜਿਹੜਾ ਹੈਗਾ ਜ਼ਬਰਦਸਤੀ ਕਰ ਲੈਣੀ ਹੈ। ਆਹ ਕਰ ਲੈਂਦੀ। ਇੱਥੇ ਲੋਕ ਏਦਾਂ ਕਰਦੇ। ਇੱਥੇ ਮਾਤਾ ਕਹਿੰਦੀ ਹੁੰਦੀ ਢਾਬ ਲਾਗੇ ਜਾਂਦੀ ਹੁੰਦੀ ਆ ਤੇ ਉੱਥੇ ਇੱਕ ਬਜ਼ੁਰਗ ਜੀ ਮਾਈ ਸੀ ਤੇ ਉਹ ਕੱਲੀ ਵਿਚਾਰੀ, ਅੱਗੇ ਪਿੱਛੇ ਕੋਈ ਨਹੀਂ। ਉਹ ਅਗਲੇ ਡਿੱਕਣ ਦੇ ਕਦੋਂ ਮਾਈ ਮਰੇਗੀ, ਉਹ ਮਰ ਮੁਰ ਗਈ ਤੇ ਉਹਨਾਂ ਕਬਜ਼ਾ ਕਰ ਲਿਆ ਅਗਲਿਆਂ ਨੇ। ਮਤਲਬ ਲੋਕ ਏਦਾਂ ਦੇ ਲੋਕੀ, ਉਹ ਜਿੱਦਾਂ ਗਿਰਜ ਨਹੀਂ ਹੁੰਦੇ, ਗਿਰਜ ਟਾਈਪ ਲੋਕ। ਹੁਣ ਵੀ ਮੈਂ ਬੜਾ ਦੁੱਖ ਲੱਗਾ ਮੈਨੂੰ, ਪਿੰਡ ਗਿਆ, ਉਹ ਕਹਿੰਦੇ ਸਿੱਧੂ ਮੂਸੇਵਾਲੇ ਨੂੰ ਕਿਸੇ ਨੇ ਗੋਲੀ ਮਾਰਤੀ ਵਿਚਾਰੇ ਨੂੰ। ਓਹੋ। ਤੇ ਮੈਂ ਹੈਰਾਨ ਹੋ ਗਿਆ ਕਿ ਲੈ ਐਡੇ ਪਾਪੀ ਲੋਕ ਹੈ। ਉਹ ਮਾਂ ਦਾ ਕੱਲਾ ਕੱਲਾ ਬੱਚਾ, ਪਿਓ ਨਹੀਂ ਹੈਗਾ, ਤੇ ਉਹ ਲੋਕਾਂ ਨੂੰ ਬਰਦਾਸ਼ਤ ਹੀ ਨਹੀਂ ਹੋਇਆ। ਚਲੋ ਉਹਦੀ ਗਾਇਕੀ ਆ, ਉਹਨੇ ਹਰ ਇੱਕ ਬੰਦੇ ਦਾ ਇੱਕ ਤਰੀਕਾ ਹੁੰਦਾ ਤੇ ਉਹਨੂੰ ਗੋਲੀਆਂ ਮਾਰਤੀਆਂ ਗਏ ਨੇ। ਐਡੇ ਗੰਦੇ ਲੋਕ, ਇੰਨੀ ਈਰਖਾ। ਹਰ ਕੋਈ ਚਾਹੁੰਦਾ ਮੈਂ ਉੱਪਰ ਜਾਵਾਂ। ਕੋਈ ਮਤਲਬ ਥੋੜਾ ਈਮਾਨ ਤੇ ਰੱਖੋ ਯਾਰ। ਕੀ ਉਹ ਬੱਚੇ ਨੂੰ ਮਾਰਤਾ ਵਿਚਾਰੇ ਨੇ? ਕਿੱਥੇ ਉਹ ਐਡਾ ਵੱਡਾ ਮਹਿਲ ਕੋਠੀ ਬਣਾਉਣ ਡਿਆ ਸੀ ਪਿੰਡ ਤੋਂ ਬਾਹਰ, ਤੇ 3 ਦਿਨ ਪਹਿਲਾਂ ਉਹਨੇ ਗਾਣਾ ਕੱਢਿਆ। ਕੋਈ ਮੁੰਡਾ ਮੈਨੂੰ ਸੁਣਾਉਂਦਾ ਗੱਡੀ 'ਚ, ਤੇ ਕੋਈ ਮਸਲਾ ਹੱਲ ਕਰਨਾ ਸੀ। ਮੈਂ ਉੱਥੇ ਗਿਆ ਤੇ ਉਹ ਵਿਚਾਰਾ ਉਹ ਜਿੱਦਾਂ ਉਹਦੇ ਮੂੰਹ 'ਚ ਨਿਕਲ ਗਿਆ ਕੋਈ ਮਾੜਾ ਲਫ਼ਜ਼ ਗਾਣੇ ਦੇ ਵਿੱਚ। ਉਹ ਕੰਮ ਲੋਕਾਂ ਨੇ ਕਰਤਾ ਉਹਦਾ। ਦੇਖੋ ਇਨਸਾਨ ਨੂੰ ਪਤਾ ਥੋੜ੍ਹੀ ਲੱਗਦਾ ਕਿ ਮੈਂ ਕਿੱਧਰ ਜਾਣਾ। ਕੋਈ ਬੰਦਾ ਸੋਚਦਾ ਹੋ ਰਿਹਾ, ਹੁੰਦਾ ਕੁਝ ਹੋ ਰਿਹਾ, ਬੰਦੇ ਦਾ ਪਤਾ ਲੱਗਣ ਦੇ ਕਿੱਦਾਂ ਦੇ ਲੋਕ ਬੈਠੇ ਨੇ। ਇਸੇ ਕਰਕੇ ਸਾਧ ਸੰਗਤ ਜੀ ਬਾਣੀ 'ਚ ਕਿਹਾ ਕਿ ਹਲੀਮੀ 'ਚ ਆਪਣਾ ਜੀਵਨ ਬਤੀਤ ਕਰੋ, ਐਵੇਂ ਨਾ ਲੜੋ ਲੋਕਾਂ ਨਾਲ। ਮੂਰਖ ਨਾਲ ਕਾਹਨੂੰ ਲੜਨਾ? ਜਿਹੜਾ ਬੰਦਾ ਮੂਰਖ ਆ, ਬਾਣੀ ਕਹਿੰਦੀ ਮੂਰਖ ਨਾਲ ਲੁੱਝੀਏ, ਉਹ ਤੁਹਾਡਾ ਨੁਕਸਾਨ ਕਰੂਗਾ। ਉਹ ਤੇ ਪਾਗਲ ਹੋ ਗਿਆ। ਬਾਣੀ ਕਹਿੰਦੀ ਮੂਰਖ ਆ ਰਿਹਾ, ਆਪਣਾ ਰਾਹ ਬਦਲ ਦੋ, ਦੂਜੀ ਸਾਈਡ ਤੇ ਨਹੀਂ ਚੱਲ ਜਾਓ। ਉੱਥੇ ਉਹਦਾ ਤਾਂ ਦਿਮਾਗ ਦਾ ਪੁਰਜਾ ਨਹੀਂ ਕੰਮ ਕਰਨ ਦਿਆ, ਹਰ ਟਾਈਮ ਲੜਾਈ ਕਰਨ ਵਾਸਤੇ ਆਉਂਦੇ ਆ। ਇਸੇ ਤਰ੍ਹਾਂ ਤੁਹਾਡੇ ਘਰਾਂ 'ਚ ਕਈ ਲੋਕ ਹੁੰਦੇ ਨੇ, ਉਹਨਾਂ ਦਾ ਸੁਭਾਅ ਹੀ ਏਦਾਂ ਦਾ ਕਿ ਉਹਨਾਂ ਨੇ ਕੁਛ ਦਾ ਕੰਮ ਹੀ ਨਹੀਂ ਕਰਨਾ। ਹੁਣੇ ਮੈਂ ਉੱਥੇ ਰਿਸ਼ਤੇਦਾਰ ਗਿਆ, ਉਹਨਾਂ ਮੈਨੂੰ ਇੱਕ ਗੱਲ ਦੱਸੀ। ਉਹ ਵਿਚਾਰੀ ਕਹਿੰਦੀ ਕਿ ਮੈਂ ਨਾ ਇੱਥੇ ਰਿਸ਼ਤਾ ਕਰਾਤਾ ਕਦੇ। ਚਲੋ ਉਹ ਕੁੜੀ ਦੇ ਪੈਰ 'ਚ ਮਾਸਾ ਕੁ ਨੁਕਸ ਸੀ ਨਜ਼ਰ ਸਾਹਿਬ, ਕਿਤੇ ਮਾੜੀ ਸੱਟ ਲੱਗ ਹੀ ਜਾਂਦੀ ਹੈ ਤੇ ਥੋੜੀ ਜਿਹੀ ਸਕਿਨ ਉੱਥੇ ਉਹ ਜਿੱਦਾਂ ਸਰਜਰੀ ਕਰਤੀ ਹੈ। ਚਲੋ ਉਸ ਕੁੜੀ ਦਾ ਰਿਸ਼ਤਾ ਕਰਾਤਾ ਉਹਨੇ ਵਿਚਾਰੀ ਨੇ ਕਿਤੇ। ਹੁਣ ਉਹ ਜਿਹੜਾ ਇੱਕ ਇਹਨਾਂ ਦਾ ਰਿਸ਼ਤੇਦਾਰੀ ਆ, ਉਹ ਬੰਦਾ ਚੇਚਾ ਭਾਨੀ ਮਾਰ ਕੇ ਆਇਆ, ਰਿਸ਼ਤਾ ਤੜਵਾ ਕੇ ਆਇਆ। ਫਿਰ ਇਹ ਰਕਸ਼ੇ ਕਹਿੰਦੀ ਉਹ ਜ਼ਮਾਨੇ 'ਚ ਮੈਂ ਟਾਂਗੇ ਤੇ ਜਾਂਦੀ ਸਾਂ, ਬੱਸ ਅੱਡੇ 'ਚ ਟਾਂਗਾ ਰਕਵਾਇਆ, ਮੇਰੇ ਮੂੰਹ ਤੇ ਕਹਿੰਦਾ ਜਿਹੜਾ ਤੂੰ ਰਿਸ਼ਤਾ ਕਰਾ ਕੇ ਆਈ ਹੈ ਨਾ ਉਹ ਮੈਂ ਤੜਵਾਤਾ ਹੀ। ਦੇਖੋ ਲੋਕ ਬਿਮਾਰ ਨੇ। ਮਤਲਬ ਤੂੰ ਤੜਵਾਇਆ, ਮਿੱਟੀ ਪਾ ਯਾਰ, ਗੱਲ ਖਤਮ ਕਰ। ਕਹਿੰਦੀ ਉਹ ਅੱਜ ਕਿੰਨੇ ਸਾਲ ਹੋ ਗਏ ਉਹ ਗੱਲ ਮੇਰੀ ਛਾਤੀ ਤੇ ਬੈਠੀ ਆ, ਮੇਰੇ ਮੂੰਹ ਤੇ ਕਹਿ ਕੇ ਕਿਹਾ। ਫਿਰ ਕਹਿੰਦੀ ਮੈਂ ਉਸੇ ਕੁੜੀ ਨੂੰ ਫਿਰ ਦੂਜੀ ਜਗ੍ਹਾ ਤੇ ਵਿਆਹ, ਉਹਦੀ ਗੱਲ ਨੂੰ ਪਗਾਇਆ। ਪਰ ਮੈਂ ਕਹਿੰਦਾ ਲੋਕ ਬਿਮਾਰ ਨੇ। ਬਿਲਕੁਲ। ਹੁਣ ਤੂੰ ਕੀਤਾ ਹੈ, ਚੱਲ ਭਾਨੀ ਮਾਰੀ ਆ, ਮਿੱਟੀ ਪਾ। ਇਸੇ ਕਰਕੇ ਸਾਧ ਸੰਗਤ ਜੀ ਨਿੰਦਿਆ ਬਹੁਤ ਮਾੜੀ ਹੈ ਬਾਣੀ 'ਚ। ਇਹ ਵੀ ਨਿੰਦਿਆ ਹੀ ਕੀਤੀ ਉਹਨੇ। ਕੁਝ ਏਦਾਂ ਦੀ ਗੇਮ ਘੁਮਾਈ, ਅਗਲਿਆਂ ਦੇ ਮਨ 'ਚ ਪਾਤਾ। ਕਹਿੰਦੇ ਚੁੱਕਣ ਐਡੀ ਮਾੜੀ ਹੁੰਦੀ ਨਾ, ਪੱਥਰ ਪਾੜ ਦਿੰਦੀ ਆ।
ਐਡੀ ਮਾੜੀ ਆ। ਇਹ ਹਮੇਸ਼ਾ ਹੀ ਤੁਹਾਨੂੰ ਕੋਈ ਚੁੱਕਣਾ ਦੇਵੇ, ਤੁਹਾਡਾ ਪੰਪ ਭਰੇ, ਪਲੀਜ਼ ਉਦੋਂ ਸਿਆਣੇ ਹੋ ਜਾਓ, ਚਲਾਕ ਹੋ ਜਾਓ, ਕਿਉਂਕਿ ਉਹ ਜਿਹੜਾ ਬੰਦਾ ਕਹਿ ਰਿਹਾ ਕਿਤੇ ਉਹ ਤੁਹਾਨੂੰ ਗਲਤ ਚੀਜ਼ ਤੇ ਨਹੀਂ ਮੈਸੇਜ ਦੇ ਰਿਹਾ। ਇਹ ਆੜੇ ਜਿਹੜੇ ਲੋਕ ਹੁੰਦੇ ਨੇ, ਇਹ ਵੀ ਲੋਕ ਤੇ ਨਿੰਦਕ ਹੀ ਹੁੰਦੇ ਨੇ। ਇਹ ਪ੍ਰਮਾਤਮਾ ਦੇ ਘਰੋਂ ਧੱਕੇ ਹੋਏ ਨੇ ਲੋਕ। ਇਹ ਲੋਕ ਕੀ ਕਰਦੇ ਆ, ਪ੍ਰਮਾਤਮਾ ਦੇ ਸ਼ਰੀਕ ਹੈਗੇ ਨੇ। ਪ੍ਰਮਾਤਮਾ ਦੇ ਸ਼ਰੀਕ, ਪ੍ਰਮਾਤਮਾ ਦਾ ਕੋਈ ਸ਼ਰੀਕ ਨਹੀਂ ਹੁੰਦਾ। ਕਹਿਣ ਤੋਂ ਭਾਵ ਕਿ ਜੇ ਕੋਈ ਪ੍ਰਮਾਤਮਾ ਨਾਲ ਜੋੜਨਾ ਚਾਹੁੰਦਾ, ਇਹ ਲੋਕ ਆਪਣਾ ਹੀ ਮੰਜਾ ਢਾ ਕੇ ਬਹਿ ਜਾਂਦੇ ਉੱਥੇ। ਇਹ ਮਤਲਬ ਤੇ ਇਹੋ ਹੀ ਆ ਕਿ ਜਿੱਦਾਂ ਉਹ ਵੇਖੋ ਨੇ ਨਿੰਦਿਆ ਕਰਕੇ ਉਹਦਾ ਰਿਸ਼ਤਾ ਤੜਵਾਤਾ, ਇਸੇ ਹੀ ਤਰ੍ਹਾਂ ਜੇ ਕੋਈ ਸਹੀ ਮਾਰਗ ਤੇ ਜਾਣਾ ਵੀ ਚਾਹੁੰਦਾ, ਇਹ ਲੋਕ ਨੂੰ ਤੋੜ ਦਿੰਦੇ ਆ, ਭਾਨੀ ਮਾਰ ਦਿੰਦੇ ਆ। ਕਿੱਥੇ ਗਏ ਜੋ ਇਹ ਹੈ ਉਹ ਹੈ, ਏਦਾਂ ਦੀਆਂ ਗੱਲਾਂ ਕਰਕੇ ਬੰਦੇ ਦਾ ਹਿਰਦਾ ਪਰਿਵਰਤਨ ਕਰ ਦਿੰਦੇ ਆ। ਇਸ ਕਰਕੇ ਸ਼ਬਦਾਂ ਦੇ ਵਿੱਚ ਬੜੀ ਪਾਵਰ ਆ। ਜੇ ਸ਼ਬਦ ਤੁਹਾਨੂੰ ਜੋੜ ਵੀ ਸਕਦੇ ਆ ਤੇ ਸ਼ਬਦ ਤੁਹਾਨੂੰ ਚੰਗੀ ਜਗ੍ਹਾ ਤੋਂ ਤੋੜ ਵੀ ਸਕਦੇ ਆ, ਕਿਉਂਕਿ ਇਹ ਕੱਚੀ ਅਵਸਥਾ ਹੈ ਨਾ, ਛੋਟਾ ਪੌਦਾ ਹੈ, ਛੋਟੇ ਪੌਦੇ ਨੂੰ ਬਹੁਤ ਖਤਰਾ ਹੈ, ਕੋਈ ਵੀ ਪੁੱਟ ਕੇ ਲਾ ਸਕਦਾ ਹੈ। ਪਰ ਜਦੋਂ ਪੌਦਾ ਥੋੜਾ ਵੱਡਾ ਹੋ ਜਾਂਦਾ ਉਹਨੂੰ ਫਿਰ ਡਰ ਨਹੀਂ, ਉਹਨੂੰ ਪੁੱਟ ਕੇ ਲਾ ਨਹੀਂ ਸਕਦਾ। ਕਿਉਂ? ਕਿਉਂਕਿ ਸਟਰੋਂਗ ਹੋ ਗਿਆ। ਹੁਣ ਛੇਤੀ ਕਰਕੇ ਉਹਦੇ ਤੇ ਕਿਸੇ ਗੱਲ ਦਾ ਅਸਰ ਨਹੀਂ ਹੁੰਦਾ। ਇਸ ਕਰਕੇ ਧਿਆਨ ਦਿਓ ਤੇ ਨਕਲੀਆਂ ਤੋਂ ਆਪਣੇ ਆਪ ਨੂੰ ਹਮੇਸ਼ਾ ਬਚਾ ਕੇ ਰੱਖੋ। ਔਰ ਤੁਹਾਡੇ ਕੋਲ ਬੁੱਧੀ ਹੈਗੀ ਆ, ਤੁਹਾਨੂੰ ਖੁਦ ਪਤਾ ਹੋਣਾ ਚਾਹੀਦਾ। ਬਾਣੀ ਇਹ ਕਹਿੰਦੀ ਹੈ ਕਿ ਜਿਹੜੇ ਪੰਚ ਹੈਗੇ ਆ, ਉਹਨਾਂ ਨੇ ਵੇਖਿਆ ਕਿ ਬੰਦਾ ਤੇ ਇਹ ਬੋਗਸ ਹੈਗਾ, ਨਕਲੀ ਹੈਗਾ, ਖੁਦ ਮਾਇਆ ਚ ਗ੍ਰਸਤ ਹੈ, ਬੰਗਲਾ ਬਣ ਕੇ ਬੈਠਾ ਹੈ, ਕਹਿੰਦਾ ਮੈਂ ਹੰਸ ਹੈਗਾ। ਇਹਦੇ ਚ ਹੰਸ ਵਾਲਾ ਕੋਈ ਕੰਮ ਨਹੀਂ। ਉਹਦੇ ਕੱਪੜੇ ਤੋਂ, ਉਹਦੇ ਹਾਵ ਭਾਵ ਤੋਂ, ਉਹਦੀ ਲਾਈਫ, ਉਹਦਾ ਜੀਵਨ ਤੁਸੀਂ ਦੇਖੋ ਪਲੀਜ਼, ਉਹ ਬੰਦਾ ਕਿਸ ਲੈਵਲ ਦਾ ਜੀਵਨ ਬਤੀਤ ਕਰ ਰਿਹਾ। ਐਵੇਂ ਨਾ ਕਿਸੇ ਦੇ ਮਗਰ ਤੁਰ ਪੋ। ਬਾਣੀ ਇਸੇ ਕਰਕੇ ਸਾਨੂੰ ਸਮਝਾ ਰਹੀ ਹੈ, ਅਲਰਟ ਕਰ ਰਹੀ ਹੈ ਕਿ ਅੰਨੀ ਸ਼ਰਧਾ ਵਾ ਤੁਹਾਡੇ ਅੰਦਰ ਹੈਗੀ, ਸੱਚੀ ਤੁਸੀਂ ਪ੍ਰਮਾਤਮਾ ਨੂੰ ਮਿਲਣਾ ਚਾਹੁੰਦੇ ਜੋ, ਤੇ ਬੰਦਾ ਕ ਬੰਦਾ ਜ਼ਰੂਰ ਦੇਖੋ। ਹਾਂਜੀ ਨਜਰ ਸਾਹਿਬ, ਅੱਗੇ ਚੱਲੀਏ। ਅੱਗੇ ਫਿਰ ਚੌਥੀ ਪਾਤਸ਼ਾਹੀ ਦਾ ਸ਼ਲੋਕ ਹੈਗਾ, ਹਰ ਭਗਤਾਂ ਹਰ ਅਰਾਧਿਆ ਹਰ ਕੀ ਵਡਿਆਈ। ਪਰ ਭਗਤ ਜਿਹੜੇ ਹੁੰਦੇ ਆ ਪਰਮਾਤਮਾ ਦੇ ਉਸਤਤ ਕਰਨ ਵਾਲੇ, ਜਦੋਂ ਅੰਦਰੋਂ ਬਾਹਰ, ਜਿਨ੍ਹਾਂ ਦੇ ਅੰਦਰ ਜਿਹੜੀ ਹੈ ਮਾਲਕ ਦੀ ਭਗਤੀ ਕਰਨ ਦੀ ਇੱਛਾ ਹੁੰਦੀ, ਜਿਨ੍ਹਾਂ ਦੇ ਅੰਦਰ ਤਾਂਘ ਹੁੰਦੀ ਆ, ਹਰ ਭਗਤਾਂ ਹਰ ਅਰਾਧਿਆ, ਉਹ ਮਾਲਕ ਨੂੰ, ਸੱਚ ਨੂੰ ਆਰਾਧਦੇ ਆ, ਆਪਣੀ ਆਤਮਾ ਦੇ ਨੇੜੇ ਵਸਦੇ ਆ। ਹਰ ਭਗਤਾਂ ਹਰ ਅਰਾਧਿਆ ਹਰ ਕੀ ਵਡਿਆਈ, ਹਰ ਕੀਰਤਨ ਭਗਤ ਨਿਤ ਗਾਉਂਦੇ ਹਰ ਨਾਮ ਸੁਖਦਾਈ। ਕਹਿੰਦੇ ਉਹ ਭਗਤ ਜਿਹੜੇ ਆ ਕੀਰਤਨ ਕਰਦੇ ਆ, ਨਿਤ ਸਵੇਰੇ ਉੱਠਦੇ ਸਾਰ ਕੀਰਤਨ ਕਰਦੇ ਆ। ਉਹ ਕਲਯੁਗ ਮੇਂ ਕੀਰਤਨ ਪ੍ਰਧਾਨਾ, ਗੁਰਮੁਖੇ ਜਪੀਏ ਲਾਏ ਧਿਆਨਾ। ਆ ਧਿਆਨ ਲਾਉਣ ਵਾਲਾ ਕੀਰਤਨ ਨਿਤ ਕਰਦੇ ਆ। ਹਰ ਕੀਰਤਨ ਪਰਮਾਤਮਾ ਦਾ ਕੀਰਤਨ ਆ ਹੈਗਾ, ਪਰਮਾਤਮਾ ਦੀ ਕੀਰਤੀ ਤਨ ਦੇ ਅੰਦਰ, ਆਪਣੇ ਤਨ ਦੇ ਅੰਦਰ। ਹਰ ਕੀਰਤਨ ਭਗਤ ਨਿਤ ਗਾਉਂਦੇ, ਭਗਤ ਲੋਕ ਗਾਉਂਦੇ ਆ, ਭਗਤ ਲੋਕ ਕਰਦੇ ਆ। ਹਰ ਨਾਮ ਸੁਖਦਾਈ, ਕਿਹੜਾ ਕੀਰਤਨ? ਹਰ ਨਾਮ ਸੁਖਦਾਈ, ਸੁਖ ਦੇਣ ਵਾਲਾ ਪਰਮੇਸ਼ਰ ਦਾ ਨਾਮ ਧਨ ਵਿਆਜਦੇ ਆ। ਉਹ ਆਪਣੇ ਵਿਚਾਰਾਂ ਨੂੰ ਬੰਦ ਕਰਦੇ ਆ, ਉਹ ਆਪਣੇ ਅੰਦਰ ਵੜਦੇ ਆ, ਆ ਕੀਰਤਨ ਕਰਦੇ ਆ ਨਿਤ। ਕੌਣ ਕਰਦੇ ਆ? ਭਗਤ। ਇਹ ਆ ਪਰਮਾਤਮਾ ਨੂੰ ਆਰਾਧਨਾ, ਇਹ ਆ ਪਰਮਾਤਮਾ ਦੀ ਵਡਿਆਈ। ਹਰ ਭਗਤਾਂ ਨੂੰ ਨਿਤ ਨਾਵੇਂ ਦੀ ਵਡਿਆਈ, ਬਖਸ਼ੀਅਨ ਨਿਤ ਚੜ੍ਹੇ ਸਵਾਈ। ਮਾਲਕ ਕੀ ਕਰਦਾ ਹੈ? ਮਾਲਕ ਉਹਨਾਂ ਨੂੰ ਨਾਮ ਦੀ ਵਡਿਆਈ ਦਿੰਦਾ ਹੈ ਭਾਈ। ਹੋਰ ਜਿਹੜਾ ਹੈਗਾ ਉਹਦੇ ਸੁੰਨ ਦੇ ਵਿੱਚ ਬਿਠਾਉਂਦਾ ਹੈ, ਉਹਨਾਂ ਦੇ ਵਿਚਾਰ ਬੰਦ ਹੋ ਜਾਂਦੇ ਆ, ਨਿਤ ਉਹਨਾਂ ਦੀ ਚੌਗੁਣੀ ਤਰੱਕੀ ਹੁੰਦੀ ਆ। ਆ ਜਿਹੜੇ ਦਿਲੋਂ ਜਿਹੜੇ ਹੈਗੇ ਭਗਤੀ ਕਰਦੇ ਆ, ਆ ਕੀਰਤਨ ਕਰਦੇ। ਕੀਰਤਨ ਕੀ ਹੈਗਾ? ਇਹ ਸੁਣਨ ਦੇ ਵਿੱਚ ਬੈਠਣਾ, ਧਿਆਨ ਦੇ ਵਿੱਚ ਬੈਠਣਾ, ਆਪਣੇ ਮਨ ਨੂੰ ਦੇਖਣਾ, ਆਪਣੇ ਵਿਚਾਰ ਬੰਦ ਕਰਨੇ। ਇਹ ਜਿਹੜਾ ਚਿੱਤ ਹੈ, ਇਹਦੇ ਪਟਲ ਤੇ ਜਿਹੜੀਆਂ ਪਤੰਗਾਂ ਉੱਡ ਰਹੀਆਂ, ਉਹਨਾਂ ਦੇ ਨਾਲ ਸੁਰਤ ਦੀ ਡੋਰੀ ਨਹੀਂ ਜੋੜਨੀ। ਹਰ ਭਗਤਾਂ ਨੂੰ ਨਿਤ ਨਾਵੇਂ ਦੀ ਵਡਿਆਈ, ਬਖਸ਼ੀਅਨ ਨਿਤ ਚੜ੍ਹੇ ਸਵਾਈ। ਹਰ ਭਗਤਾਂ ਨੂੰ ਥਿਰ ਘਰੀ ਬਹਾਲਿਅਨ ਆਪਣੀ ਪੈਜ ਰਖਾਈ। ਭਗਤਾਂ ਨੂੰ, ਕਹਿੰਦੇ ਭਗਤਾਂ ਨੂੰ ਮਾਲਕ ਨੇ ਕੀ ਕਰਤਾ? ਕਹਿੰਦੇ ਵਿਚਾਰ ਬੰਦ ਕਰਵਾ ਦਿੰਦਾ ਹੈ ਮਾਲਕ, ਸੁੰਨ ਮੰਡਲ ਦੇ ਵਿੱਚ ਬਿਠਾ ਦਿੰਦਾ ਹੈ। ਸੁੰਨ ਗੁਫਾ ਮੇਂ ਆਸਣ ਬੈਸਣ ਕਲਪ ਵਿਵਰਜਿਤ ਪੰਥਾ, ਕਲਪਨਾ ਵਿਵਰਜਿਤ ਹੋ ਜਾਂਦੀ ਹੈ ਭਾਈ। ਉਹਨਾਂ ਦੀ ਸੁੰਨ ਦੇ ਵਿੱਚ ਆਸਣ ਵੀ ਹੋ ਜਾਂਦਾ, ਬੈਠਕ ਵੀ ਹੋ ਜਾਂਦੀ ਹੈ। ਹਰ ਭਗਤਾਂ ਨੂੰ ਥਿਰ ਘਰੀ ਬਹਾਲਿਅਨ, ਕੌਣ ਬਹਾਲਦਾ ਹੈ? ਪਰਮਾਤਮਾ। ਪਰ ਆਪਣੇ ਵੱਲੋਂ ਜਿਹੜੇ ਆਪਾਂ ਜਦ ਜਿਹੜੇ ਹੈਗੇ ਬਿਲਕੁਲ ਆਪਣੇ ਵੱਲੋਂ ਜਿਹੜੀ ਹੈਗੀ ਕਿਸੇ ਪਾਸਿਓਂ ਜਿਹੜੀ ਹੈਗੀ ਆਪਾਂ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਜਿੰਨੀ ਕੁ ਆਪਣੇ ਕੋਲ क्षमता हैगी पूरा अपने वालों लाइए ਆਪਾਂ ਤੇ ਮਾਲਕ ਬਖਸ਼ਿਸ਼ ਕਰਦਾ ਹੈ। ਹਰ ਭਗਤਾਂ ਨੂੰ ਥਿਰ ਕਰ ਦਿੰਦਾ ਹੈ ਭਾਈ, ਘਰੇ ਹੀ ਬਿਠਾ ਦਿੰਦਾ ਹੈ।
ਆਪਣੀ ਪੈਜ ਰਖਾਈ। ਇਸ ਤਰ੍ਹਾਂ ਮਾਲਕ ਪਰਮਾਤਮਾ ਉਹਦੀ ਉਸਤਤ ਕਰ ਰਹੇ ਆ, ਮਾਲਕ ਨੂੰ ਯਾਦ ਕਰ ਰਹੇ ਆ। ਉਹਨੇ ਜੋ ਕੰਮ ਭੇਜਿਆ ਉਹ ਕੰਮ ਕਰ ਰਹੇ ਆ, ਸੱਚ ਦੇ ਨਾਲ ਜੁੜ ਰਹੇ ਆ। ਹਰ ਭਗਤਾਂ ਨੂੰ ਥਿਰ ਕਰੀ ਬਹਾਲਿਅਨ, ਆਪਣੀ ਪੈਜ ਰਖਾਈ। ਨਿੰਦਕਾਂ ਪਾਸੋਂ ਹਰ ਲੇਖਾ ਮੰਗਸੀ, ਬਹੁਤ ਦੇਰ ਸਜਾਈ। ਪਰ ਜਿਹੜੇ ਨਿੰਦਕ ਹੈਗੇ ਭਾਈ, ਭਗਤਾਂ ਦੀ ਨਿੰਦਾ ਕਰਦੇ ਆ, ਬ੍ਰਹਮ ਗਿਆਨੀਆਂ ਦੀ ਨਿੰਦਾ ਕਰਦੇ ਆ, ਜਿਹੜੇ ਨਿੰਦਾ ਦੇ ਨਾਲ ਜੁੜੇ ਹੋਏ ਆ, ਤੇ ਭਾਈ ਫਿਰ ਤਾਂ ਲੇਖਾ ਮਾਲਕ ਨੇ ਤਾਂ ਧਰਮਰਾਜ ਬਿਠਾਇਆ ਹੋਇਆ ਆ, ਤੇ ਲੇਖਾ ਮੰਗਣਾ ਹੈਗਾ ਔਰ ਸਜ਼ਾ ਦੇਣੀ ਹੈਗੀ। ਜਿਹਾ ਨਿੰਦਕ ਆਪਣੇ ਜੀ ਕਮਾਉਂਦੇ ਤਿਹੋ ਫਲ ਪਾਏ। ਕਹਿੰਦੇ ਇਹਦੇ ਵਿੱਚ ਮਾਲਕ ਦਾ ਕੀ ਕਸੂਰ ਹੈ ਭਾਈ? ਜੋ ਨਿੰਦਕ ਜਿਹੜਾ ਜਿਹੇ ਜਿਹਾ ਉਹਨਾਂ ਨੇ ਕੀਤਾ ਹੈਗਾ, ਜੋ ਕਮਾਇਆ ਹੈਗਾ ਅੰਦਰ ਜੀ ਦੇ ਨਾਲ, ਤੇ ਉਹ ਫਲ ਉਹਨਾਂ ਨੂੰ ਮਿਲਣਾ ਹੈਗਾ। ਹਰ ਅੰਦਰਲਾ ਹਰ ਕਮਾਣਾ ਅੰਦਰ ਕਮਾਣਾ ਸਰ ਪਰ ਉਗੜੇ। ਸਰ ਪਰ ਦਾ ਮਤਲਬ ਹੁੰਦਾ ਹੈ ਮਸਟ, ਜ਼ਰੂਰ। ਅੰਦਰ ਕਮਾਣਾ, ਜੋ ਆਪਣੇ ਅੰਦਰ, ਜੋ ਆਪਣੇ ਹਿਰਦੇ ਦੇ ਵਿੱਚ, ਜੋ ਆਪਣੇ ਮਨ ਦੇ ਵਿੱਚ, ਜੋ ਆਪਣੇ ਹੈਗਾ, ਬਾਹਰ ਮੂੰਹ ਦੇ ਉੱਤੇ ਨਹੀਂ, ਜੋ ਆਪਣੇ ਅੰਦਰ ਹੈਗਾ, ਉਹ ਕਮਾਇਆ ਹੋਇਆ ਉਗੜੇਗਾ ਭਾਈ। ਉਹਦਾ ਫਲ ਅਵश्य ਮਿਲੇਗਾ। ਹਾਂ, ਅੰਦਰ ਕਮਾਣਾ ਸਰ ਪਰ ਉਗੜੇ, ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ। ਭਾਵੇਂ ਧਰਤੀ ਦੇ ਅੰਦਰ ਬੈਠ ਕੇ ਕਿਸੇ ਨੂੰ ਨਾ ਕੋਈ ਦਿਖੇ ਨਾ, ਕੋਈ ਦੇਖੇ ਨਾ, ਸਾਰੀ ਹਨੇਰਾ ਕਰਕੇ ਪਰਦੇ ਕਰਕੇ ਪਾਪ ਕਰ ਲਓ, ਕਮਾ ਲਓ। ਅੰਦਰ ਕਮਾਣਾ ਸਰ ਪਰ ਉਗੜੇ, ਕਹਿੰਦੇ ਮਸਟ। ਉਹ ਸਾਹਮਣੇ ਧਰਮਰਾਜ ਸਾਹਮਣੇ ਕਰੇਗਾ ਤੁਹਾਨੂੰ, ਉੱਥੇ ਉਗੜੇਗਾ ਉਹ। ਕੋਈ ਬਹਿ ਧਰਤੀ ਵਿੱਚ ਕਮਾਈ, ਜਨ ਨਾਨਕ ਦੇਖ ਵਿਕਸਿਆ ਹਰ ਕੀ ਵਡਿਆਈ। ਕਹਿੰਦੇ ਮੈਂ ਤਾਂ ਉਹ ਮਾਲਕ ਪਰਮਾਤਮਾ ਜਿਹੜਾ ਇੰਨਾ ਹਨੇਰੇ ਦੇ ਵਿੱਚ ਹਰ ਚੀਜ਼ ਦੇਖਦਾ ਹੈ, ਕਹਿੰਦੇ ਐਸਾ ਉਹਦਾ ਸਿਸਟਮ ਹੈਗਾ, ਔਰ ਜਿਹੜਾ ਬਿਲਕੁਲ ਜੋ ਉਹਦਾ ਨਿਆਂ ਬਿਲਕੁਲ ਸੱਚਾ ਹੈਗਾ। ਕਹਿੰਦੇ ਮੈਂ ਤਾਂ ਦੇਖ ਕੇ ਹੀ ਹੈਰਾਨ ਹੋ ਗਿਆ ਉਸ ਮਾਲਕ ਦੀ ਵਡਿਆਈ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਕਹਿੰਦੇ ਕਿ ਪ੍ਰਮਾਤਮਾ ਕੀ ਕਰਦਾ ਕਿ ਉਹਦੇ ਮਨ ਨੂੰ ਸ਼ਾਂਤ ਕਰ ਦਿੰਦਾ, ਜਿਹੜਾ ਪ੍ਰਮਾਤਮਾ ਦੀ ਭਗਤੀ ਕਰਦਾ। ਹਾਂ, ਉਹਦੀ ਵਡਿਆਈ ਤੇ ਇਹੋ ਹੀ ਹੈ ਜੀ। ਅੱਜ ਇੱਕ ਭੈਣ ਦਾ ਫੋਨ ਆਇਆ, ਉਹ ਕਹਿੰਦੇ ਕਿ ਮੈਂ ਪਹਿਲੀ ਵਾਰੀ ਨਿਰਵਿਚਾਰ ਸਮਾਧੀ ਨੂੰ ਵੇਖਿਆ, ਉਹਦੇ ਵਿੱਚ ਪ੍ਰਵੇਸ਼ ਕੀਤਾ, ਬਹੁਤ ਆਨੰਦ ਆਇਆ। ਸਭ ਤੋਂ ਪਹਿਲਾਂ ਤੇ ਮੈਨੂੰ ਇਹ ਚੀਜ਼ ਦਾ ਪਤਾ ਲੱਗਾ ਕਿ ਮਨ ਜਿਹੜਾ ਹੈ ਇੱਕ ਅਲੱਗ ਚੀਜ਼ ਹੈ। ਮੇਰੀ ਸਤਾ ਜਿਹੜੀ ਮਨ ਤੋਂ ਵੀ ਅੱਗੇ ਦੀ ਹੈ, ਉਹ ਮੇਰੀ ਸਤਾ ਤੋਂ ਵੀ ਅੱਗੇ ਇੱਕ ਹੋਰ ਸਤਾ ਹੈ ਜਿਹੜੀ ਮੈਨੂੰ ਦੇਖਦੀ ਹੈ। ਇਹ ਸਤਾ ਦਾ ਤੁਹਾਨੂੰ ਉਦੋਂ ਪਤਾ ਲੱਗ ਜਾ ਜਦੋਂ ਤੁਸੀਂ ਨਿਰਵਿਚਾਰ ਹੁੰਦੇ ਹੋ। ਨਿਰਵਿਚਾਰ ਤੇ ਜੀਵਨ ਦਾ ਪਤਾ ਲੱਗਦਾ, ਗਿਆਨ ਤੇ ਉੱਥੇ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿਦਾਂ ਕੀ ਸੁਧ। ਉੱਥੇ ਹੀ ਤੇ ਪਹੁੰਚਣਾ। ਕਿੱਦਾਂ ਘੜੀ ਜਾਂਦੀ ਬਾਣੀ ਕਹਿੰਦੀ ਮੈਨੂੰ ਨਹੀਂ ਪਤਾ, ਪਰ ਘੜੀ ਉੱਥੇ ਜਾਂਦੀ ਹੈ ਜਿੱਥੇ ਟਕਸਾਲ ਦੇ ਵਿੱਚ ਸੋਨੇ ਦੇ ਸਿੱਕੇ ਬਣਦੇ ਆ, ਕਰੰਸੀ ਬਣਦੀ ਹੈ ਨਾ। ਉਸੇ ਹੀ ਤਰ੍ਹਾਂ ਪ੍ਰਮਾਤਮਾ ਨੇ ਇੱਕ ਕਲੌਜ਼ ਬਣਾਈ ਹੈ ਕਿ ਜਦੋਂ ਉਹਦੇ ਚਰਨਾਂ 'ਚ ਆਪਾਂ ਪਹੁੰਚ ਜਾਂਦੇ ਹਾਂ, ਫਿਰ ਸਾਡੇ ਜੀਵਨ 'ਚ ਜਿਹੜੇ ਫਲ ਨੇ, ਫੁੱਲ ਨੇ, ਫਿਰ ਅਸਲੀ ਆਉਂਦੇ ਨੇ। ਬਸ ਚੁੱਪ ਹੋ ਜਾਂਦੇ ਆ, ਜਦ ਆਪਾਂ ਚੁੱਪ ਹੋ ਜਾਂਦੇ ਆ ਤਾਂ ਗੱਲ ਬਣਦੀ ਆ। हाँ, जब हम होते तब तुम नहीं, जब तुम होते तब हम नहीं। जब तक विचार है तब तक मैं वहां, जदों विचार गया मैं भी गया। मेरा होना ही रुकावट, मैं उत्थे बैठा है। हर एक तुहानू धार्मिक मनुख ये कहंदा है कि बाहर जाओ, बाहर जाओ। बाणी कहंदी जंगल जंगल क्या ढूंढे, वन कंडे मोड़े, वसी रब हियालिए जंगल क्या ढूंढे, बाहर क्या ढूंढे। हाँ, कि तू बाहर की ढूंढे, वन ते कंडे ते मोड़े। उत्थे एक जगह ते कहंदे पानी है, पत्थर है, फिर कहंदे वन है। की लभ रहा उत्थे ते है ही नहीं। जिथे है तू उत्थे लभदा नहीं। राबिया कह रही है ना, राबिया दी कहानी पता आपनू सारे नू। ते हसन कहंदा है कि राबिया नू किवें मक्के जाना है। वो कहंदी इनू किद्दां समझावां कि मक्के च ते रब है ही नहीं, रब तेरे अंदर है। बस बस बस। और रब है सारी जगह ते, पर प्रगट होने तेरे अंदर ही होना है। जिन्हों लभदा है उन्हें लभ्या उत्थे ही जाना है। हाँ निजर साहब, रब ते सर्व व्यापक है, ये गल ते बिल्कुल ठीक है, पर ओनू मिलन दा जिहड़ा तरीका, ओ रस्ता साडे अंदर है। हाँ, रस्ता नहीं हैगा। वो पॉइंट जिहड़ा अपने अंदर हैगा भाई, जिथे मीटिंग पॉइंट अपने अंदर हैगा। हाँ, क्योंकि जिथों तक मैं वां, मेरे तो ते अगे ओ आ। हाँ,
ਔਰ ਜਦ ਤੱਕ ਮੈਂ ਪਹਿਲੀ ਗੱਲ ਤੇ ਲੋਕਾਂ ਨੂੰ ਇਹ ਨਹੀਂ ਪਤਾ ਮੈਂ ਕੀ ਹਾਂ। ਹੁਣ ਮੇਰੇ ਵਰਗਾ ਪਤਾ ਕੀ ਕਹਿੰਦਾ, ਮੈਂ ਚਰਨਜੀਤ ਕੌਣ? ਕਸ਼ਮੀਰ ਸਿੰਘ ਦਾ ਮੁੰਡਾ, ਰਣਧੀਰ ਕੌਰ ਦਾ ਮੁੰਡਾ। ਅੱਛਾ, ਕਿੱਥੇ ਰਹਿੰਦਾ ਹੈ? ਇੱਥੇ ਰਹਿੰਦਾ। ਪਰ ਇਹ ਤੇ ਚਰਨਜੀਤ ਦਾ ਨਾਂ ਨਹੀਂ ਹੋਇਆ। ਚਰਨਜੀਤ ਕੌਣ ਹੈ? ਇਹ ਚਰਨਜੀਤ, ਮੈਂ ਉਸ ਚਰਨਜੀਤ ਦੀ ਗੱਲ ਕਰਦਾ ਕਿ ਜਦੋਂ ਚਰਨਜੀਤ ਮਰ ਜਾਏਗਾ ਫਿਰ ਇਹ ਸਰੀਰ ਨੂੰ ਤੇ ਚਰਨਜੀਤ ਕਹਿੰਦੇ ਨਹੀਂ, ਇਹ ਕਹਿੰਦੇ ਕਿ ਚਰਨਜੀਤ ਦਾ ਸਰੀਰ ਜਿਹੜਾ, ਇਹਨੂੰ ਚੁੱਕ ਲਓ, ਨਵਾ ਦਿਓ, ਇਹਦਾ ਇਸ਼ਨਾਨ ਕਰਾ ਦਿਓ, ਇਹਨੂੰ ਕੱਪੜੇ ਪਾ ਦਿਓ। ਮੈਂ ਉਹਦੀ ਗੱਲ ਕਰਦਾ ਜਿਹੜਾ ਚਰਨਜੀਤ ਦੇ ਵਿੱਚ ਰਹਿੰਦਾ, ਉਹ ਕਿੱਥੇ ਹੈ? ਉਹ ਕੌਣ ਹੈ? ਕਿਉਂਕਿ ਜਦ ਤੱਕ ਸਰੀਰ ਹੈ ਤਦ ਤੱਕ ਤੇ ਤੁਸੀਂ ਕਹਿੰਦੇ ਜੇ ਮੈਂ, ਪਰ ਜਦੋਂ ਸਰੀਰ ਨਹੀਂ ਹੁੰਦਾ, ਜਦੋਂ ਸਰੀਰ ਤੋਂ ਅਲੱਗ ਹੋ ਜਾਂਦਾ ਵਾ, ਉਦੋਂ ਦੱਸ ਤੂੰ ਕਿੱਥੇ ਹੈ? ਉਹਨੂੰ ਹੀ ਜਾਣਨਾ। ਉਹਨੂੰ ਜਦੋਂ ਜਾਣਾਂਗੇ ਫੇਰ ਹੀ ਗੱਲ ਬਣਨੀ ਆ। ਓਦਾਂ ਤੇ ਔਗਣ ਟੁੱਟਣੇ ਨਹੀਂ, ਓਦਾਂ ਤੇ ਬੰਗਲੇ ਬਣੇ ਆ। ਕਿਉਂਕਿ ਬੰਗਲੇ ਦਾ ਰੂਪ ਜਿਹੜਾ ਹੈ ਲੋਕਾਂ ਨੇ ਸਾਨੂੰ ਦੇ ਦਿੱਤਾ ਹੈ, ਕਿਉਂਕਿ ਉਹ ਸਾਡੇ ਚ ਚੀਜ਼ਾਂ ਆਈਆਂ ਹੀ ਨਹੀਂ। ਹੁਣ ਮੈਂ ਚਿੱਟੇ ਕੱਪੜੇ ਪਾਵਾਂ, ਚਿੱਟੇ ਪਾਉਣ ਚ ਕੋਈ ਪ੍ਰੋਬਲਮ ਥੋੜੀ ਹੈ। ਅਸੀਂ ਕਿਹੜੇ ਦੁਸ਼ਮਣ ਹੈਗੇ? ਮੈਂ ਤਾਂ ਆਪ ਚਿੱਟਾ ਕੁੜਤਾ ਕਈ ਵਾਰੀ ਪਾਉਣਾ। ਪਰ ਚਿੱਟੇ ਕੁੜਤੇ ਦਾ ਪਾਉਣਾ ਮਤਲਬ ਇਹੋ ਹੀ ਹੈ ਕਿ ਸ਼ੁੱਧਤਾ। ਮਨ ਥੋੜੀ ਨਾ ਚਿੱਟਾ ਹੋ ਜਾਂਦਾ ਕੁੜਤਾ ਪਾਉਣ ਨਾਲ। ਹਾਂ, ਹੁਣ ਜਦੋਂ ਅੰਦਰੋਂ ਜਿਹੜੀਆਂ ਕਾਲੀਆਂ ਵਾ ਸੋਚਾਂ, ਮਲੀਨਤਾ ਅੰਦਰ ਹੈਗੀ ਆ, ਮਨ ਮੈਲੇ ਤੇ ਸਭ ਕੁਛ ਮੈਲਾ। ਉਹ ਕਹਿੰਦੇ ਮਨ ਤੇਰਾ ਮੈਲਾ ਹੈ, ਭਾਵੇਂ ਤੂੰ ਜਿੱਥੇ ਮਰਜ਼ੀ ਬੈਠਾ, ਜੋ ਤੂੰ ਮਰਜ਼ੀ ਕਰਦਾ, ਉਹ ਸਭ ਪੈਪ ਹੀ ਗੰਦੀ ਆ। ਉਹਦੇ ਵਿੱਚੋਂ ਨਿਕਲਣ ਵਾਲਾ ਪਾਣੀ ਵੀ ਗੰਦਾ ਹੋ ਜਾਣਾ ਵਾ। ਬਿਲਕੁਲ ਬਿਲਕੁਲ। ਜਿੱਥੋਂ ਤੇਰਾ ਪਾਣੀ ਲੰਘਣ ਦਿਆ, ਤੂੰ ਭਾਵੇਂ ਜੋ ਮਰਜ਼ੀ ਨਗਾਈ ਜਾ, ਪੈਪ ਗੰਦੀ ਆ, ਪੈਪ ਦਾ ਇਲਾਜ ਕਰ। ਇਸ ਕਰਕੇ ਮਨ, ਫਿਰ ਕਹਿੰਦੇ ਤਨ ਧੋਤੇ ਮਨ ਚੰਗਾ ਨਹੀਂ ਹੋ ਸਕਦਾ। ਇਸੇ ਕਰਕੇ ਬਾਣੀ ਸਾਨੂੰ ਸਮਝਾ ਰਹੀ ਹੈ। ਹਾਂਜੀ, ਹਾਂ, ਬਿਲਕੁਲ ਸਹੀ ਹੈ ਜੀ। ਹਾਂ, ਪਲੀਜ਼ ਆਪ ਅੰਡਰਸਟੈਂਡ ਕਰੋ ਬਾਣੀ ਨੂੰ। ਬਾਣੀ ਕਹਿੰਦੀ ਆ ਕਿ ਜਦੋਂ ਤੇਰੇ ਅੰਦਰ ਠਹਿਰਾਓ ਆਇਆ, ਤੂੰ ਨਿਰਵਿਚਾਰ ਹੋ ਗਿਆ, ਤੇ ਉਹਦੀ ਕਿਰਪਾ ਹੀ। ਕਿਉਂਕਿ ਉਹਦੀ ਕਿਰਪਾ ਤੋਂ ਬਿਨਾਂ ਮਨ ਨਹੀਂ ਰੁਕਦਾ। ਤੇਰੇ ਵੱਸ ਦੀ ਗੱਲ ਨਹੀਂ ਆ। ਜੇ ਤੈਨੂੰ ਨਿਰਵਿਚਾਰ ਸਮਾਧੀ ਮਿਲ ਰਹੀ ਹੈ ਤੇ ਇਹ ਉਹਦੀ ਕਿਰਪਾ ਹੈ। ਉਹਨੇ ਤੇਰੀ ਝੋਲੀ ਚ ਕੁਝ ਨਾ ਕੁਝ ਪਾ ਦਿੱਤਾ ਹੈ। ਹਾਂ, ਕਿ ਤੂੰ ਨਹੀਂ ਰੋਕ ਸਕਦਾ ਉਹਨੂੰ, ਉਹਨੇ ਰੋਕਿਆ। ਬਿਲਕੁਲ। ਕਿ ਦਰ ਤੇ ਖਰਾਤ ਮੰਗਣ ਆਉਂਦਾ ਚਰਨਜੀਤ ਰੋਜ਼ ਦਿਹਾੜੀ, ਇਹਨੂੰ ਦੇ ਦੋ ਯਾਰ ਇੱਕ ਅੱਧਾ ਦਾਣਾ, 2-4 ਮਿੰਟ ਦੀ ਸਮਾਧੀ ਦੇ ਦੋ ਯਾਰ, ਦੇ ਦੋ ਬਸ ਬਸ ਬਸ। ਔਰ ਮੰਗਣ ਤੁਸੀਂ ਰੋਜ਼ ਜਾਣਾ। ਉਹਨੂੰ ਕਹਿਣਾ ਪਾ ਭਾਈ ਅੱਜ ਝੋਲੀ ਚ ਦੇ, ਨਾ ਦਵੇ ਰੋਜ਼ ਮੋੜ ਦੇ, ਕੀ ਫਰਕ ਪੈਂਦਾ? ਅੱਜ ਮੋੜ ਦੂ, ਕੱਲ ਮੋੜ ਦੂ, ਹਫ਼ਤਾ, 15 ਮਹੀਨੇ, ਸਾਲ, 2 ਸਾਲ, 20 ਸਾਲ, ਪਰ ਇੱਕ ਦਿਨ ਤੇ ਸਾਡੀ ਸੁਣੀ ਜਾਣੀ ਹੈ। ਬਿਲਕੁਲ। ਦੇਖ ਲਓ ਗੋਰਕੀ ਸਾਹਿਬ, ਜਿਹੜਾ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਬਈ ਇਹ ਆ ਗਿਆ ਜੋਗੀ ਜਿਹੜਾ ਹੈਗਾ, ਭਗਵਾ ਪਾ ਕੇ ਕੰਨਾਂ 'ਚ ਬਾਲੇ ਪਾਏ ਹੋਏ ਆ, ਅਲਗ ਨਿਰੰਜਨ ਬੀਬੀ ਦੇ ਦੇ, ਬੈਠਾ ਰਹਿੰਦਾ। ਉਹ ਫਿਰ ਉਹਦੀ ਨੂੰਹ ਕਹਿੰਦੀ ਬਾਬਾ ਜਾ ਫੇਰ ਆਈ। ਉਹ ਫਿਰ ਦੁਬਾਰਾ ਥੋੜੀ ਦੇਰ ਬਾਅਦ ਅਲਗ ਨਿਰੰਜਨ। ਉਹ 2-3 ਵਾਰੀ ਜਦ ਕਰਦੇ, ਉਹ ਸੱਸ ਕਹਿੰਦੀ ਦੇ ਇਹਨੂੰ, ਦੇ ਮੱਥੇ ਮਾਰੇ ਦੇ, ਨਹੀਂ ਹਿੱਲਣਾ ਇੱਥੋਂ। ਕਿਉਂਕਿ ਜਿੱਦੀ ਬੜਾ ਵਾ। ਇਸੇ ਤਰ੍ਹਾਂ ਫਿਰ ਕਹਿੰਦੇ ਭਗਤਾਂ ਕੀ, ਉਹ ਫਿਰ ਉਹਨੂੰ ਪਰਮਾਤਮਾ ਨੂੰ ਵੀ ਮੰਨਣਾ ਪੈਂਦਾ। ਇਹ ਬੜੇ ਬੇਸ਼ਰਮ ਜਿਹਾ ਭਗਤ ਆ ਕੇ ਬਹਿ ਜਾਂਦਾ ਹੈ, ਸਮਾਧੀ ਚਾਹੀਦੀ। ਪਾਤਰਤਾ ਇਹ ਚ ਹੈ ਨਹੀਂ, ਚੀਜ਼ ਮਹਿੰਗੀ ਮੰਗੀ ਜਾਂਦੇ ਆ, ਪਰ ਉਹਦੇ ਦਰ ਤੇ ਜਿਹੜਾ ਵੀ ਗਿਆ ਉਹਨੂੰ ਜ਼ਰੂਰ ਮਿਲਿਆ। ਦੇ ਦਿੰਦਾ, ਬਾਦਸ਼ਾਹ ਹੈਗਾ। ਠੀਕ ਹੈ ਜੀ, ਅੱਗੇ ਚਲੀ ਨਿਚਰ ਸਾਹਿਬ। ਹਾਂਜੀ, ਪੌੜੀ ਆ ਗਈ। ਪੌੜੀ ਮਹੱਲਾ ਪੰਜਵੀਂ ਪਾਤਸ਼ਾਹੀ ਦੀ ਪੌੜੀ ਆ। ਭਗਤ ਜਨਾਂ ਕਾ ਰਾਖਾ ਹਰਿ ਆਪ ਹੈ, ਕਿਆ ਪਾਪੀ ਕਰੀਏ। ਲਓ, ਜਿਹੜੇ ਪਾਪੀ ਆ, ਨਿੰਦਕ ਹੈਗੇ ਭਗਤਾਂ, ਕਹਿੰਦੇ ਕੀ ਕਰ ਸਕਦੇ ਆ? ਭਗਤਾਂ ਦਾ ਕੀ ਵਿਗਾੜ ਸਕਦੇ ਆ? ਉਹ ਮਾਲਕ ਜਿਹੜਾ ਦੁਨੀਆ ਬਣਾਉਣ ਵਾਲਾ ਹੈਗਾ, ਗਲੈਕਸੀਆਂ ਘੁਮਾਉਣ ਵਾਲਾ ਹੈਗਾ, ਮਾਲਕ ਪਰਮਾਤਮਾ, ਉਹ ਰਕਸ਼ਾ ਕਰ ਰਿਹਾ, ਉਹ ਉਹਨਾਂ ਦੀ ਰਕਸ਼ਾ ਕਰਨ ਵਾਲਾ ਹੈਗਾ, ਤੇ ਪਾਪੀ ਲੋਕ ਕੀ ਕਰ ਸਕਦੇ ਉਹਦਾ? ਭਗਤ ਜਨਾਂ ਕਾ ਰਾਖਾ ਹਰਿ ਆਪ ਹੈ, ਕਿਆ ਪਾਪੀ ਕਰੀਏ। ਗੁਮਾਨ ਕਰੇ ਮੂੜ ਗੁਮਾਨੀਆਂ, ਵਿਸ਼ ਖਾਦੀ ਮਰੀਏ। ਕਹਿੰਦੇ ਮੂਰਖ ਹੈਗੇ, ਆਪਣੇ ਹੰਕਾਰ ਕਰੀ ਜਾਂਦੇ ਆਪਣੀ ਤਾਕਤ ਦੇ ਉੱਤੇ। ਭਗਤਾਂ ਦਾ ਕੀ ਵਿਗਾੜ ਸਕਦੇ ਆ? ਜ਼ਹਿਰ ਖਾ ਰਹੇ ਆ ਤੇ ਮਰਨਾ ਤਾਂ ਮਰਨਾ ਹੀ ਆ। ਉਹਨਾਂ ਨੇ ਤਾਂ ਮਰਨਾ ਹੀ, ਵਿਸ਼ ਖਾਧੀ ਹੈ ਤੇ ਮਰਨਗੇ। ਕਹਿੰਦੇ ਉਹਨਾਂ ਦਾ ਜ਼ਹਿਰ ਖਾ ਰਹੇ ਆ। ਉਹ ਆਏ ਲਗੇ ਨੀ ਦਿਨ ਥੋੜੜੇ, ਜਿਉਂ ਪੱਕਾ ਖੇਤ ਲੁਣੀਐ। ਕਹਿੰਦੇ ਥੋੜੇ ਦਿਨ ਰਹਿ ਗਏ ਭਾਈ, ਆ ਗਏ ਹੁਣ, ਇਹਨਾਂ ਦਾ ਟਾਈਮ ਆ ਗਿਆ ਹੁਣ ਇਹਨਾਂ ਦਾ। ਬਸ ਜਿਵੇਂ ਪੱਕਾ ਖੇਤੀ ਪੱਕ ਜਾਂਦੀ ਆ ਨਾ, ਬਸ ਇਹਨਾਂ ਦੀ ਵੀ ਪੱਕਣ ਲੱਗੀ ਆ ਹੁਣ ਇਹਨਾਂ ਨੂੰ ਵੱਢਣਾ ਪੈਣਾ। ਪੱਕਾ ਖੇਤ ਲੂਣੀਏ ਦਾ ਮਤਲਬ ਆ ਵੱਢ ਲਿਆ। ਜਿਹੇ ਕਰਮ ਕਮਾਉਂਦੇ ਤੇਵੇ ਹੋ ਭਣੀਏ। ਕਹਿੰਦੇ ਜੋ ਕੁਛ ਵੀ ਇਨਸਾਨ ਜਿਹੇ ਜੇ ਕਰਮ ਕਰੂਗਾ, ਉਹੇ ਜਿਹਾ ਹੀ ਉਹਦਾ ਨਾਮ ਪੈਦਾ ਹੋ ਜਾਏਗਾ।
ਉਹ ਜਿਹਾ ਹੀ ਉਹਨੂੰ ਭਣਿਆ ਜਾਏਗਾ ਭਾਈ। ਜਨ ਨਾਨਕ ਕਾ ਖਸਮ, ਜਨ ਨਾਨਕ ਕਾ ਖਸਮ ਵੱਡਾ ਹੈ, ਸਭਨਾ ਕਾ ਧਣੀ ਹੈ। ਕਹਿੰਦੇ ਮੇਰਾ ਤਾਂ ਉਹ ਮਾਲਕ ਪਰਮਾਤਮਾ ਬਹੁਤ ਵੱਡਾ ਹੈ ਭਾਈ, ਮੇਰਾ ਖਸਮ ਤਾਂ ਬਹੁਤ ਵੱਡਾ ਹੈ, ਜਨ ਦਾ ਖਸਮ ਬਹੁਤ ਵੱਡਾ ਹੈ। ਪਰ ਉਹ ਖਸਮ ਜਿਹੜਾ ਹੈਗਾ ਮੇਰਾ ਨਹੀਂ ਹੈਗਾ, ਸਾਰਿਆਂ ਦਾ ਹੈਗਾ। ਸਭਨਾ ਕਾ ਧਣੀ ਹੈ, ਉਹ ਸਾਰਿਆਂ ਦਾ ਵੀ ਖਸਮ ਹੈਗਾ। ਹਾਂਜੀ ਗੋਰਖੀ ਸਾਹਿਬ। ਠੀਕ ਹੈ ਜੀ, ਬਾਣੀ 'ਚ ਇਹ ਸਮਝਾ ਰਹੇ ਨੇ ਸਾਨੂੰ ਗੁਰੂ ਜੀ ਕਿ ਭਗਤਾਂ ਦਾ ਰੱਖ ਹੈ ਜੀ ਪ੍ਰਮਾਤਮਾ, ਉਹ ਨਹੀਂ ਰੱਖੂਗਾ ਤੇ ਕਿਹਨੇ ਰੱਖਣਾ। ਤੇ ਜਦੋਂ ਉਹ ਰੱਖਦਾ ਫਿਰ ਪਾਪ ਕਿੱਥੋਂ ਹੋਣੇ। ਠੀਕ ਹੈ ਜੀ। ਤੇ ਬਾਕੀ ਦੇਖੋ, ਜਿਹੋ ਜਿਹਾ ਬੰਦਾ ਕਰਮ ਕਮਾਉਂਦਾ ਹੈ ਉਹੋ ਜਿਹਾ ਹੀ ਤੇ ਉਹਨੂੰ ਉਹਦਾ ਫਲ ਮਿਲਣਾ ਹੈ। ਬਿਲਕੁਲ। ਹੁਣ ਜੇ ਸੇ ਪੈਸੇ ਤੁਸੀਂ ਲੈ ਕੇ ਜਾਓਗੇ, ਤੁਸੀਂ ਚਾਂਦੀ ਲੈ ਕੇ ਜਾਓ ਬਾਜ਼ਾਰ, ਤੁਹਾਨੂੰ ਉਹਦੀ ਕੀਮਤ ਵੱਖਰੀ ਮਿਲੂਗੀ। ਤੁਸੀਂ ਲੋਹਾ ਲੈ ਜਾਓ, ਉਹਦੀ ਕੀਮਤ ਹੋ ਰਿਹਾ। ਪਿੱਤਲ ਲੈ ਜਾਓ, ਤਾਂਬਾ ਲੈ ਜਾਓ, ਸਟੀਲ ਲੈ ਜਾਓ, ਜਿਹੋ ਜਿਹਾ ਪਦਾਰਥ ਤੁਸੀਂ ਬਾਜ਼ਾਰ 'ਚ ਲੈ ਕੇ ਜਾਓਗੇ ਉਹਦੀ ਬਣਦੀ ਕੀਮਤ ਦੇ ਹਿਸਾਬ ਨਾਲ ਤੁਹਾਨੂੰ ਪੈਸੇ ਮਿਲਣੇ। ਇਸੇ ਹੀ ਤਰ੍ਹਾਂ ਜਿਹੜੇ ਆਪਾਂ ਕਰਮ ਕਰਦੇ ਹਾਂ ਉਹਦੀ ਵਸਤੂ ਸਾਨੂੰ ਉਹਦੇ ਹਿਸਾਬ ਨਾਲ ਜੀ ਮਿਲਣੀ। ਇਸ ਕਰਕੇ ਕਰਮ ਨੂੰ ਕਰਨ ਤੋਂ ਪਹਿਲਾਂ ਹਮੇਸ਼ਾ ਹੀ ਵਿਚਾਰ ਕਰੋ। ਕਰਮ ਕੱਲ ਵੀ ਤੁਹਾਡੇ ਨਾਲ ਵਿਚਾਰ ਕੀਤੀ ਸੀ ਕਿ ਸਭ ਤੋਂ ਪਹਿਲਾਂ ਸਾਡੇ ਅੰਦਰ ਵਿਚਾਰ ਦੇ ਰੂਪ 'ਚ ਉਹ ਚੀਜ਼ ਆਉਂਦੀ ਹੈ ਚਿੱਤ ਦੇ ਵਿੱਚ। ਤੁਸੀਂ ਉਹਨੂੰ ਵਿਵੇਕ ਬੁੱਧੀ ਦੇ ਨਾਲ ਉਹਨੂੰ ਖਤਮ ਕਰ ਸਕਦੇ, ਮਾਫ ਕਰ ਦਿਓ ਉਹਨੂੰ। ਕਿਉਂਕਿ ਓਦਾਂ ਵਿਚਾਰ ਜਾਣਾ ਨਹੀਂ ਆ, ਮਨ ਤੁਹਾਡੇ ਨੇ ਉੱਥੇ ਮੰਥਨ ਕਰੀ ਜਾਣਾ, ਉਹਨੂੰ ਛੱਡਣਾ ਹੀ ਨਹੀਂ। ਉਹ ਤੁਹਾਡੇ ਕੋਲ ਇੱਕੋ ਹੀ ਆਪਸ਼ਨ ਹੁੰਦਾ ਹੈ ਕਿ ਤੁਸੀਂ ਉਹਨੂੰ ਮਾਫ ਕਰ ਦਿਓ। ਮਾਫ ਕਰਨ ਦੇ ਨਾਲ ਅਸੀਂ ਦੂਜੇ ਨੂੰ ਮਾਫ ਨਹੀਂ ਕਰ ਰਹੇ, ਅਸਲ 'ਚ ਅਸੀਂ ਆਪਣੇ ਆਪ ਨੂੰ ਮੁਕਤ ਕਰ ਰਹੇ ਹਾਂ। ਓਦਾਂ ਮਨ ਨੇ ਤੁਹਾਡੇ ਨੂੰ ਗੱਲ ਛੱਡੀ ਨਹੀਂ। ਤੇ ਇਸ ਕਰਕੇ ਹਮੇਸ਼ਾ ਹੀ ਆਪਣੇ ਆਪ ਨੂੰ ਵੱਖ ਕਰ ਲਿਆ ਕਰੋ, ਉਹਦੇ ਵਿੱਚ ਮਿਕਸ ਨਹੀਂ ਹੋਣਾ। ਅੰਦਰ ਆਈ ਕੋਈ ਵੀ ਗੱਲ ਆ ਉਹਨੂੰ ਕੋਸ਼ਿਸ਼ ਕਰੋ ਕਿਸੇ ਤਰੀਕੇ ਨਾਲ ਉਹਦਾ ਅਲਟਰਨੇਟ ਲੱਭੋ, ਇਹ ਚੀਜ਼ ਨੂੰ ਕਿੱਦਾਂ ਖਤਮ ਕਰਨਾ। ਔਰ ਉਹ ਵਿਚਾਰ ਦੇ ਲਈ ਕੁਛ ਨਾ ਕੁਛ ਚੀਜ਼ ਅੱਗੇ ਵਧੀਆ ਚੀਜ਼ ਲਿਆ ਕੇ, ਸ਼ੁੱਧ ਵਿਚਾਰ ਲਿਆ ਕੇ ਉਹਦੇ ਸਾਹਮਣੇ ਖੜਾ ਕਰਕੇ ਉਸ ਨੂੰ ਖਤਮ ਕਰ। ਵਿਚਾਰਾਂ ਨੂੰ ਵਿਚਾਰ ਨਹੀਂ ਮਾਰਨਾ ਹੁੰਦਾ, ਮਨ ਆਪਣੇ ਨੂੰ ਕਨਵਿੰਸ ਕਰਨਾ ਹੁੰਦਾ। ਤੁਸੀਂ ਬੁੱਧੀ ਨਾਲ ਕਨਵਿੰਸ ਕਰ ਸਕਦੇ ਜੋ। ਜਿਹੜੇ ਬੰਦੇ ਨਹੀਂ ਕਨਵਿੰਸ ਕਰਦੇ ਫਿਰ ਉਹਨਾਂ 'ਚ ਈਰਖਾ ਨਹੀਂ ਖਤਮ ਹੁੰਦੀ, ਦਵੈਸ਼ ਨਹੀਂ ਖਤਮ ਹੁੰਦਾ, ਕ੍ਰੋਧ ਨਹੀਂ ਖਤਮ ਹੁੰਦਾ। ਕਿਉਂ? ਕਿਉਂਕਿ ਕਨਵਿੰਸ ਨਹੀਂ ਕਰ ਪਾ ਰਿਹਾ ਉਹ ਬੰਦਾ ਵਿਚਾਰਾ। ਇਸੇ ਕਰਕੇ ਤੇ ਕ੍ਰੋਧ ਆਉਂਦਾ। ਜੇ ਆਪਾਂ ਕਨਵਿੰਸ ਕਰ ਲਾਂਗੇ ਆਪਣੇ ਆਪ ਨੂੰ, ਤੇ ਬਾਣੀ ਤੇ ਕਹਿੰਦੀ ਮੂਰਖ ਨਾ ਲੁੱਝੀਏ। ਤੁਸੀਂ ਮੂਰਖ ਨਾ ਕਾਹਨੂੰ ਲੁੱਝ ਰਹੇ? ਬਾਣੀ ਤੇ ਕਹਿ ਰਹੀ ਹੈ ਕਿ ਉਹ ਮੂਰਖ ਹੈਗਾ। ਤੁਸੀਂ ਉਹਦੇ ਕੰਮ ਦੀ ਗੱਲ ਵੀ ਕਰੋਗੇ, ਨਹੀਂ ਸੁਣਨੀ ਉਹਨੇ। ਤੇ ਇਸ ਕਰਕੇ ਉਹਦੇ ਨਾਲ ਅਨਨੈਸੈਸਰੀ ਆਰਗੂਮੈਂਟ ਨਾ ਕਰੋ। ਤੁਸੀਂ ਆਪਣਾ ਰਸਤਾ ਬਦਲ ਲਓ, ਸਾਈਡ ਤੇ ਹੋ ਜਾਓ। ਰਸਤਾ ਬਦਲਣ ਦਾ ਮਤਲਬ ਕਿ ਜਦੋਂ ਉਹ ਬੋਲਦਾ ਹੈ ਥੋੜਾ ਜਿਹਾ ਅੱਗੇ ਪਿੱਛੇ ਹੋ ਜਾਓ, ਆਪਣਾ ਸਮਾਂ ਕੱਢੋ। ਸੋ ਇਸੇ ਤਰ੍ਹਾਂ ਜੀਵਨ ਹੈ। ਜੀਵਨ ਦੇ ਵਿੱਚ ਗੁਮਾਨ ਨਹੀਂ ਕਰਨਾ, ਕਿਉਂਕਿ ਜਿਹੜਾ ਗੁਮਾਨ ਹੁੰਦਾ ਨਾ ਇਹ ਬਹੁਤ ਮਾੜਾ ਹੁੰਦਾ। ਕਈ ਵਾਰੀ ਆਪਾਂ ਕੋਈ ਚੀਜ਼ਾਂ ਬੋਲਦੇ ਆ ਨਾ, ਉਹ ਚੀਜ਼ਾਂ ਸਾਡੇ ਲੱਗ ਨੇ ਨੈਗੇਟਿਵ ਊਰਜਾ ਇਕੱਠੀਆਂ ਕਰ ਦਿੰਦੀਆਂ। ਕੋਸ਼ਿਸ਼ ਕਰੋ ਜੇ ਚੀਜ਼ ਪੈ ਗਈ ਹੈ ਨਾ ਤਾਂ ਉਹਨੂੰ ਹਜਮ ਕਰੋ। ਕਈ ਲੋਕ ਹਜਮ ਨਹੀਂ ਕਰ ਸਕਦੇ, ਮੈਦਾ ਹੀ ਖਰਾਬ ਹੁੰਦਾ। ਥੋੜੀ ਚੀਜ਼ ਖਾਧੀ ਨਾਲ ਹੀ ਉਹਨਾਂ ਨੂੰ ਪ੍ਰੋਬਲਮ ਹੋ ਜਾਂਦੀ। ਤੇ ਕਈ ਬੰਦੇ ਹੁੰਦੇ, ਉਹ ਵੇਖੋ ਕੱਲ ਵੇਖਿਆ ਇੱਕ ਬੁੱਢਾ ਜਿਹਾ ਬੰਦਾ ਸੀ, ਉਹਨੇ 1 ਕਿਲੋ ਦੇਸੀ ਘਿਓ ਹੀ ਪੀ ਲਿਆ। ਮੈਦਾ ਸਟਰੋਂਗ ਆ। ਇਸੇ ਤਰ੍ਹਾਂ ਹੀ ਕਈ ਬੰਦੇ ਹੁੰਦੇ ਆ, ਗੱਲ ਸੁਣੀ, ਕਿੰਨੀਆਂ ਗੱਲਾਂ ਸੁਣ ਜਾਂਦੇ, ਪਤਾ ਨਹੀਂ ਲੱਗਦਾ ਉਹਨੇ ਗੱਲ ਸੁਣੀ, ਜਿੱਥੇ ਸੁਣੀ ਉੱਥੇ ਹੀ ਛੱਡਤੀ, ਮਿੱਟੀ ਕਰਤੀ। ਤੇ ਕਈ ਬੰਦੇ ਥੋੜਾ ਜਿਹਾ 1 ਚਮਚ ਘਿਓ ਖਾਧਾ ਹੁੰਦਾ ਤੇ ਉਹਨਾਂ ਕੋਲ ਨਹੀਂ ਹਜਮ ਹੁੰਦਾ, ਸਾਰੇ ਪਿੰਡ ਨੂੰ ਦੱਸਦੇ ਫਿਰਦੇ। ਇਹ ਬੰਦਿਆਂ ਚ ਨਸਲਾਂ ਹੁੰਦੀਆਂ। ਤੇ ਜ਼ਿਆਦਾ ਆਪਣੀ ਜ਼ਿੰਦਗੀ ਚ ਜਿਹੜੀਆਂ ਲੜਾਈ ਝਗੜੇ ਨਾ ਉਹ ਕੇਵਲ ਗੱਲਾਂ ਦੇ ਆ। ਆਪਾਂ ਗੱਲ ਨੂੰ ਫਿਰ ਸੁੱਟ ਦੇਣੀ ਆ, ਉਹ ਗੱਲ ਨੂੰ ਚੁੱਕ ਕੇ ਫਿਰ ਗਾਂਹ ਦੱਸ ਦਿੰਦੇ ਆ। ਉਹਦੇ ਕਰਕੇ ਜਿਹੜਾ ਜੀਵਨ ਹੈ ਨਾ ਸਾਡਾ ਖਰਾਬ ਹੁੰਦਾ। ਤੇ ਮਾੜੀ ਮੋਟੀ ਗੱਲ ਜਿਹੜੀ ਹੁੰਦੀ ਉਹਨੂੰ ਉੱਥੇ ਛੱਡ ਦਿਆ ਕਰੋ। ਉਹ ਸਮਝ ਲਓ ਕਿ ਇਗਨੋਰ ਕਰੋ। ਇਗਨੋਰ ਦਾ ਮਤਲਬ ਕਿ ਹੈ ਵਾ, ਪਤਾ ਵਾ ਚੀਜ਼ ਦਿਖਦੀ ਆ, ਪਰ ਆਪਾਂ ਨੂੰ ਲੋੜ ਹੀ ਨਹੀਂ ਅਨਨੈਸੈਸਰੀ ਆਪਣੇ ਆਪ ਨੂੰ ਉੱਥੇ ਲੈ ਕੇ ਜਾਣ ਦੀ। ਕੋਈ ਫਾਇਦਾ ਨਹੀਂ ਹੈਗਾ। ਸੋ ਅੱਜ ਦੀ ਵਿਚਾਰ ਇੱਥੇ ਸਮਾਪਤ ਨੇ ਜੱਸਾ। ਹਾਂਜੀ ਬਿਲਕੁਲ ਗੋਰਖ ਸਾਹਿਬ, ਇੱਕ ਅਰਦਾਸ ਕਰ ਦੇਣਾ। ਆਪਣੇ ਅੰਦਰ ਹੀ ਸਾਧਕ ਹੈਗੀ ਬੀਬੀ, ਉਹ ਉਹਨਾਂ ਦੇ ਰਿਲੇਟਿਵ ਦੀ ਅਰਦਾਸ ਕਰਾ ਰਹੇ, ਸਿਹਤ ਵਾਸਤੇ ਜਿਹੜੀ ਹੈਗੀ ਅਰਦਾਸ ਕਰ ਦੇਣਾ ਜੀ।
ठीक है, औरत। ठीक है निजर साहब, आप जी ने कुछ ਅੱਜ ਦਾ ਸਾਰ ਕੱਢਿਆ ਕਥਾ ਦੇ ਵਿੱਚੋਂ? ਅੱਜ ਦਾ ਸਾਰ ਨਿਜਰ ਸਾਹਿਬ ਕੀ ਕੱਢ ਰਹੇ ਜੋ ਤੁਸੀਂ? ਥੋੜਾ ਸਮਰਾਈਜ਼ ਕਰ ਦਿਆ ਕਰੋ ਕਥਾ ਨੂੰ ਬਾਅਦ ਦੇ ਵਿੱਚ ਲਾ। ਸਾਰ ਤਾਂ ਇਹੀ ਹੈ ਵੀ ਮਾਲਕ ਪਰਮਾਤਮਾ ਨੇ ਦੋਨੋਂ ਜਿਹੜੇ ਬਣਾਏ ਹੋਏ ਆ, ਭਗਤ ਵੀ ਬਣਾਏ ਆ ਤੇ ਜਿਹੜੇ ਹੈਗੇ ਆ ਨਿੰਦਕ ਵੀ ਬਣਾਏ ਹੋਏ ਆ। ਦੋਨੋਂ ਜਿਹੜੇ ਹੈਗੇ ਆ ਕਰੈਕਟਰ ਹੈਗੇ ਆ। ਤੇ ਜਿਹੇ ਜੇ ਆਪਾਂ ਕੰਮ ਕਰਾਂਗੇ, ਆਪਾਂ ਜਿਹੜੇ ਆਪਣੇ ਅੰਦਰ ਜਿਹੜਾ ਜੋ ਆਪਣੇ ਅੰਦਰ ਹੈਗਾ, ਜੋ ਐਕਸ਼ਨ ਕਰਾਂਗੇ, ਜੋ ਆਪਣੇ ਹਿਰਦੇ ਅੰਦਰੋਂ ਜਿਹੜੇ ਹੈਗੇ, ਜੋ ਮਨ ਦੇ ਵਿੱਚ ਹੈਗਾ, ਉਸੇ ਨੇ ਪ੍ਰਗਟ ਹੋਣਾ ਹੈ ਔਰ ਉਸੇ ਦਾ ਫਲ ਮਿਲਣਾ ਆਪਾਂ ਨੂੰ। ਔਰ ਜੋ ਆਪਾਂ ਕਰਾਂਗੇ ਉਹਦਾ ਫਲ ਅਵश्य ਆਪਾਂ ਨੂੰ ਭੋਗਣਾ ਪੈਣਾ ਹੈ। ਬਸ ਆਹੀ ਸਾਰ ਹੈ ਜੀ। ਹਾਂਜੀ ਵੀਰ ਜੀ। ਹਾਂ ਠੀਕ ਹੈ ਸਾਧ ਸੰਗਤ ਜੀ, ਨਿਜਰ ਸਾਹਿਬ ਕਹਿ ਰਹੇ ਨੇ ਕਿ ਜਿਹੜੀ ਚੀਜ਼ ਸੰਸਾਰ ਤੇ ਹੈਗੀ ਹੈ, ਚੰਗਿਆਈ ਵੀ ਹੈਗੀ ਤੇ ਬੁਰਾਈ ਵੀ ਹੈਗੀ ਹੈ, ਤੇ ਤੁਸੀਂ ਜਿਹਨੂੰ ਮਰਜ਼ੀ ਪ੍ਰਗਟ ਕਰ ਸਕਦੇ ਜੋ। ਇਹ ਤੁਹਾਡੀ ਮਰਜ਼ੀ ਹੈ, ਤੁਹਾਨੂੰ ਕੋਈ ਰੋਕੇਗਾ ਨਹੀਂ, ਪਰ ਜਿਹਨੂੰ ਤੁਸੀਂ ਪ੍ਰਗਟ ਕਰਤਾ ਉਹਨੇ ਫਲ ਦੇਣਾ ਹੈ। ਇਸ ਕਰਕੇ ਸਪੋਰਟ ਕਰਨ ਤੋਂ ਪਹਿਲਾਂ ਆਪਣੇ ਅੰਦਰ ਵਿਵੇਕ ਬੁੱਧੀ ਦਾ ਇਸਤੇਮਾਲ ਕਰੋ ਔਰ ਗਲਤ ਚੀਜ਼ ਨੂੰ ਟਰਮੀਨੇਟ ਕਰ ਦਿਓ ਤੇ ਸੱਚ ਨੂੰ ਪ੍ਰਗਟ ਕਰੋ। त्रिलोक जी ਤੁਸੀਂ ਕੁਝ ਕਹਿਣਾ ਚਾਹੁੰਦੇ? ਹਾਂਜੀ ਮੋਦੀ ਸਾਹਿਬ, ਇੱਕ ਨਾ ਅਰਦਾਸ ਹੋਰ ਕਰਨੀ ਆ। ਅੱਜ ਮੇਰੇ ਨਾ ਸਾਲੇ ਦੇ ਮੁੰਡੇ ਦੀ ਕੱਲ ਆਪਰੇਸ਼ਨ ਹੋਣਾ ਹੈ, ਮਹਾਰਾਜ ਦੀ ਕਿਰਪਾ ਕਰਾਉਣ ਦੀ। ਕੋਈ ਨਹੀਂ ਬਿਲਕੁਲ ਠੀਕ ਹੋ ਜਾਣਗੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਖਾਲਸਾ। ਵੀਰ ਜੀ ਮੇਰੀ ਤੁਸੀਂ ਅੱਜ ਅਰਦਾਸ ਕਰ ਦਿਓ। ਮੈਨੂੰ 17 ਤਰੀਕ ਤੋਂ ਬੁਖਾਰ ਹੋ ਰਿਹਾ ਵੀਰ ਜੀ, ਤੇ ਟੈਸਟਾਂ ਦੇ ਵਿੱਚ ਕੁਝ ਨਹੀਂ ਆ ਰਿਹਾ ਵੀਰ ਜੀ, ਤੇ ਬੁਖਾਰ ਪਰ ਰੋਜ਼ ਹੋ ਰਿਹਾ ਵੀਰ ਜੀ। ਕੋਈ ਨਹੀਂ ਦੇ ਵਿੱਚ ਮੇਰੀ ਅਰਦਾਸ ਕਰ ਦਿਓ। ਕੋਈ ਨਹੀਂ ਠੀਕ ਹੋ ਜਾਓਗੇ, ਤੁਸੀਂ ਛੇਤੀ ਠੀਕ ਹੋ ਜਾਓਗੇ। ਵੀਰ ਜੀ ਹਾਂਜੀ, ਇੱਕ ਸ਼ੁਕਰਾਨੇ ਦੀ ਅਰਦਾਸ ਕਰਾਉਣੀ ਬੇਟੀ ਦੀ, ਕਰ ਦੇਣ ਘਰੇ ਆ ਕੇ। ਹਾਂ ਠੀਕ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ਼, ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਦੇਹ ਨਿਰੋਗਤਾ ਤੰਦਰੁਸਤੀ ਬਖਸ਼ਣੀ ਮੇਰੇ ਮਾਲਿਕ। ਮੇਰੇ ਪਿਤਾ ਇੱਕ ਅਰਦਾਸ ਆਈ ਹੈ, ਇੱਕ ਤੇ ਉਹ ਬੀਬੀ ਜੀ ਕਹਿੰਦੇ ਨੇ ਦੇਹ ਨਿਰੋਗਤਾ ਬਖਸ਼ੋ ਉਹਨਾਂ ਨੂੰ, ਜੋ ਤੰਦਰੁਸਤੀ ਦੇ ਵਿੱਚ ਰੁਕਾਵਟ ਆ ਰਹੀ ਹੈ ਆਪ ਨੂੰ ਦੂਰ ਕਰੋ। ਇੱਕ ਮੇਰੇ ਪਿਤਾ ਇੱਕ ਅਰਦਾਸ ਬੱਚੇ ਦੀ ਕਰਾ ਰਹੇ ਨੇ, ਉਹ ਕਹਿੰਦੇ ਬੱਚੇ ਦਾ ਆਪਰੇਸ਼ਨ ਹੋਣਾ ਹੈ, ਆਪ ਉਹਨਾਂ ਨੂੰ ਤੰਦਰੁਸਤੀ ਬਖਸ਼ੋ ਤਾਂ ਜੋ ਇੱਕ ਆਪਣਾ ਸਹੀ ਜੀਵਨ ਬਤੀਤ ਕਰਨ। ਜੋ ਵੀ ਕਸ਼ਟ ਆਇਆ ਉਹ ਕਸ਼ਟ ਚੋਂ ਉਹਨਾਂ ਨੂੰ ਮੁਕਤ ਕਰੋ। ਇੱਕ ਮੇਰੇ ਪਿਤਾ ਜੀ ਅਰਦਾਸ ਹੈ ਉਹ ਭੈਣ ਦੀ, ਉਹ ਕਹਿ ਰਹੇ ਨੇ ਕਿ ਸਰੀਰ ਦੇ ਵਿੱਚ ਕੋਈ ਬੁਖਾਰ ਹੈ, ਕੋਈ ਕਸ਼ਟ ਹੈ, ਕੋਈ ਰੋਗ ਹੈ, ਤੇ ਆਪ ਜਾਣੀ ਜਾਣ ਜੋ ਆਪ ਉਹਨਾਂ ਨੂੰ ਤੰਦਰੁਸਤੀ ਬਖਸ਼ੋ। ਇੱਕ ਮੇਰੇ ਪਿਤਾ ਸ਼ੁਕਰਾਨੇ ਦੀ ਅਰਦਾਸ ਆਈ ਹੈ, ਬੱਚੀ ਠੀਕ ਹੈ, ਘਰ ਆ ਗਏ, ਉਹਨਾਂ ਦਾ ਆਪਰੇਸ਼ਨ ਵਧੀਆ ਹੋ ਗਿਆ। ਮੇਰੇ ਪਿਤਾ ਬਿਰਥੀ ਨਾ ਜਾਏ ਜਨ ਕੀ ਅਰਦਾਸ, ਆਪ ਜੀ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਅਸੀਂ। ਆਪ ਮਿਹਰ ਕਰੋ, ਸ਼ੁਭ ਇੱਛਾਵਾਂ ਦੀ ਪੂਰਤੀਆਂ ਕਰੋ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ੋ, ਤਪਾਕ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਆ ਸੰਗਤ ਜੀ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।